ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਸਾਧਨਾ ਦੀ ਪਹਿਲੀ ਕਹਾਣੀ ਹੈ ਸਾਧਨਾ। ਇਹ ਤੜਪ, ਇਹ ਵੀਰਾਨੀਆਂ ਆਖਰ ਕਿਸ ਲਈ? ਇਸ ਨਾਲ ਆਪਣੀ ਦੇਹ ਹੀ ਗਾਲਦੀ ਪਈ ਆ। ਸੌਰਦਾ ਤਾਂ ਕਿਸੇ ਦਾ ਕੁਝ ਨਹੀਂ। ਵਾਲ ਵਾਹੁੰਦਿਆਂ ਸ਼ੀਸ਼ੇ 'ਚ ਆਪਣੇ ਕੁਮਲਾਏ ਮੂੰਹ ਵੱਲ ਤੱਕ ਡਾਕਟਰ ਸੁਨੈਣੀ ਨੇ ਸੋਚਿਆ, ਦੀਦੀ ਅੱਜ ਅਸੀਂ ਤੁਹਾਨੂੰ ਵੀ ਸਿਨੇਮਾ ਜ਼ਰੂਰ ਲੈ ਕੇ ਚੱਲਣਾ। ਤੋਸ਼ੀ ਉਹਦੀ ਨਿੱਕੀ ਭੈਣ ਬੋਲੀ, ਨਹੀਂ ਤੋਸ਼ੀ ਤੁਸੀਂ ਜਾਓ, ਮੈਂ ਗਈ ਤਾਂ ਪਿੱਛੋਂ ਮਰੀਜ਼ ਆ ਮੁੜਨਗੇ। ਸਾਰਾ ਦਿਨ ਮਰੀਜ਼ ਕਰਦੇ ਤੁਸੀਂ ਖੁਦ ਵੀ ਮਰੀਜ਼ ਬਣ ਗਏ ਹੋ। ਨਾ ਕਦੇ ਆਰਾਮ ਨਾਲ ਸੌਣਾ, ਨਾ ਸ਼ੌਕ ਨਾਲ ਖਾਣਾ ਪਹਿਨਣਾ। ਇਸ ਤਰ੍ਹਾਂ ਦੀ ਡਾਕਟਰ ਬਣਨ ਨੂੰ ਅਜੇ ਬੜੇ ਵਰੇ ਪਏ ਨੇ। ਅਜੇ ਤਾਂ ਤੁਸੀਂ ਜਵਾਨ ਹੋ, ਜਵਾਨ ਸਮਝੇ? ਤੋਸ਼ੀ ਬੋਲੀ। ਡਾਕਟਰ ਸੁਨੈਣੀ ਤੋਸ਼ੀ ਦੇ ਬੇਫਿਕਰ ਮੁਸਕਰਾਉਂਦੇ ਮੂੰਹ ਵੱਲ ਹਸਰਤ ਨਾਲ ਤੱਕਦੀ ਰਹੀ ਕਿ ਕਦੇ ਉਹ ਵੀ ਇਉਂ ਸੋਚ ਸਕੇ, ਇਉਂ ਹੱਸ ਸਕੇ, ਇਉਂ ਜੀ ਸਕੇ। ਉੱਠੋ, ਤਿਆਰ ਹੋਵੋ ਤੇ ਨਾਲੇ ਦੱਸੋ ਸਾੜੀ ਕਿਹੜੀ ਕੱਢ ਕੇ ਦਿਆਂ ਬੰਨਣ ਲਈ। ਨਹੀਂ ਤੋਸ਼ੀ ਜ਼ਿੱਦ ਨਾ ਕਰ, ਮੇਰਾ ਮਨ ਨਹੀਂ ਕਰਦਾ ਕਿਧਰੇ ਜਾਣ ਨੂੰ, ਸੁਨੈਣੀ ਬੋਲੀ। ਤੁਹਾਡਾ ਮਨ ਕਾਸੇ ਨੂੰ ਕਰਦਾ ਵੀ ਹੈ। ਰੇਸ਼ਮੀ ਕੱਪੜੇ ਪਾਉਣ ਨੂੰ ਮਨ ਨਹੀਂ ਕਰਦਾ, ਕਿਤੇ ਜਾਣ ਨੂੰ ਮਨ ਨਹੀਂ ਕਰਦਾ, ਕੁਝ ਖਾਣ ਨੂੰ ਮਨ ਨਹੀਂ ਕਰਦਾ। ਵੱਡੇ ਆਏ ਨੇ ਫਲੋਰੈਂਸ ਨਾਈਟਿੰਗੇਲ। ਪਰਮਾਤਮਾ ਦੀ ਕਸਮ ਅੱਜ ਤੁਹਾਨੂੰ ਨਾਲ ਲੈ ਕੇ ਹੀ ਜਾਣਾ। ਆਖਰ ਸੁਨੈਣੀ ਨੂੰ ਮੰਨਣਾ ਪਿਆ। ਸਿਨੇਮੇ ਵਿੱਚ ਤੋਸ਼ੀ ਤੇ ਉਹਦੀਆਂ ਸਹੇਲੀਆਂ ਨਿੱਕੀ ਨਿੱਕੀ ਗੱਲ ਤੋਂ ਖਿੜ ਹੱਸ ਪੈਂਦੀਆਂ। ਇਹਨਾਂ ਨੂੰ ਇੰਨਾ ਹਾਸਾ ਕਿੱਥੋਂ ਆ ਜਾਂਦਾ ਹੈ? ਸੁਨੈਣੀ ਨੇ ਉਹਨਾਂ ਵੱਲ ਤੱਕ ਕੇ ਸੋਚਿਆ। ਤੁਰਦੀ ਕਹਾਣੀ ਨੂੰ ਸਰਸਰੀ ਨਜ਼ਰ ਨਾਲ ਤੱਕੀ ਜਾ ਰਹੀ ਸੀ ਕਿ ਇੱਕੋ ਵਾਰੀ ਜਿਵੇਂ ਉਹਨੂੰ ਝਟਕਾ ਲੱਗਿਆ ਹੋਵੇ। ਉਹਦਾ ਮਨ ਝੰਜੋੜਿਆ ਗਿਆ। ਗੱਲ ਭਾਵੇਂ ਮਾਮੂਲੀ ਸੀ ਕਿ ਫਿਲਮ ਦੀ ਕਹਾਣੀ 'ਚ ਕੁੜੀ ਦੇ ਪ੍ਰੇਮੀ ਨੇ ਉਹ ਤੋਂ ਪਾਣੀ ਦਾ ਗਲਾਸ ਮੰਗਿਆ, ਉਹ ਲੈ ਆਈ। ਉਹ ਬੋਲਿਆ, ਪਹਿਲਾਂ ਇੱਕ ਘੁੱਟ ਤੂੰ ਪੀ ਲੈ। ਕਿਉਂ? ਕੁੜੀ ਨੇ ਮੁਸਕਰਾ ਕੇ ਪੁੱਛਿਆ। ਅੱਛਾ ਲੱਗਦਾ ਹੈ, ਉਹ ਬੋਲਿਆ। ਉਸੇ ਵੇਲੇ ਇੱਕ ਤਿੱਖੀ ਚੀਸ ਸੁਨੈਣੀ ਦੇ ਮੱਥੇ 'ਚ ਪਈ ਤੇ ਉਹਨੂੰ ਰਵੀ ਯਾਦ ਆ ਗਿਆ, ਜਿਹੜਾ ਇਕੱਲਿਆਂ ਹੋਣ ਵੇਲੇ ਹਮੇਸ਼ਾ ਹੀ ਪਾਣੀ ਦਾ ਇੱਕ ਘੁੱਟ ਪਹਿਲਾਂ ਉਹਨੂੰ ਪਿਲਾ ਕੇ ਪੀਂਦਾ ਹੁੰਦਾ ਸੀ। ਰਵੀ। ਡਾਕਟਰ ਸੁਨੈਣੀ ਦਾ ਦਿਲ ਵਿਲਕ ਉੱਠਿਆ। ਫਿਲਮ ਦੇਖਣੀ ਭੁੱਲੋ ਯਾਦਾਂ 'ਚ ਖੋ ਗਈ। ਉਹਨੂੰ ਯਾਦ ਆਇਆ ਕਿਵੇਂ ਰਵੀ ਉਹਨੂੰ ਉਹਦੇ ਬਚਪਨ ਦੀਆਂ ਗੱਲਾਂ ਦੱਸ ਛੇੜਦਾ ਹੁੰਦਾ ਸੀ ਕਿ ਮਾਮਾ ਤੰਦਾ ਮਾਈ ਮੀਨਾ ਏ, ਮਾਮਾ ਦਾਤਲ ਕੋਲੀ, ਦਾਈ ਦਿਉ, ਸਬਦੀ ਵਿੱਤ ਮਿੱਤਾ ਨੇ, ਬਦਾਲ ਦਾਨਾ ਏ ਆਦਿ ਫਿਕਰੇ ਉਹਨੇ ਸੁਨੈਣੀ ਨੂੰ ਖਿਜਾਣ ਲਈ ਯਾਦ ਰੱਖੇ ਸਨ। ਸੁਨੈਣੀ ਕੋਲੋਂ 5-6 ਵਰੇ ਵੱਡਾ ਹੋਣ ਕਰਕੇ ਤੇ ਨਾਲ ਦੀ ਕੋਠੀ 'ਚ ਰਹਿਣ ਕਰਕੇ ਕੁਝ ਗੱਲਾਂ ਤੇ ਉਹਨੇ ਸੱਚਮੁੱਚ ਹੀ ਸੁਣੀਆਂ ਸੀ ਤੇ ਕੁਝ ਮਿਰਚਾਂ ਮਸਾਲੇ ਉਹ ਆਪਣੇ ਕੋਲੋਂ ਵੀ ਲਾ ਲੈਂਦਾ ਸੀ। ਹਾਂ, ਸੁਨੈਣੀ ਨੂੰ ਇਹ ਚੰਗੀ ਤਰ੍ਹਾਂ ਯਾਦ ਸੀ ਕਿ ਇੱਕ ਵਾਰੀ ਉਹਨੇ ਚੋਰੀਆਂ ਨੌਕਰ ਦਾ ਹੁੱਕਾ ਪੀ ਲਿਆ ਸੀ ਤੇ ਰਵੀ ਨੇ ਉਹਦੀ ਮਾਂ ਜੀ ਨੂੰ ਦੱਸ ਕੇ ਮਾਰ ਪਵਾਤੀ ਸੀ ਤੇ ਸੋਚਦਿਆਂ ਮੁਸਕਰਾ ਪਈ। ਇੱਕ ਦਿਨ ਜਦੋਂ ਸੁਨੈਣੀ ਨੂੰ ਆਪਣੇ ਸਾਈਕਲ ਦੇ ਪਿੱਛੇ ਬਿਠਾ ਕੇ ਆਪਣੇ ਨਾਲ ਸਕੂਲ ਲਿਜਾ ਰਿਹਾ ਸੀ ਤਾਂ ਵੀ ਰਵੀ ਦੀ ਮਾਂ ਨੇ ਆਪਣੀ ਧਰਮ ਭੈਣ ਸੁਨੈਣੀ ਦੀ ਮਾਂ ਨੂੰ ਉਹਨਾਂ ਦੋਹਾਂ ਦਾ ਵੱਡਿਆਂ ਹੋਇਆਂ ਤੇ ਵਿਆਹ ਕਰ ਦੇਣ ਲਈ ਆਖਿਆ। ਉਹ ਤੋਂ ਪਿੱਛੋਂ ਰਵੀ ਸੁਨੈਣੀ ਨੂੰ ਆਪਣੀ ਸੁਨੈਣੀ ਸਮਝਣ ਲੱਗ ਪਿਆ। ਸਕੂਲ 'ਚ ਜਦੋਂ ਵੀ ਕੋਈ ਮੁੰਡਾ ਕੁੜੀ ਸੁਨੈਣੀ ਨਾਲ ਲੜਦਾ ਜਾਂ ਉਹਨੂੰ ਮਾਰਦਾ ਤਾਂ ਰਵੀ ਝੱਟ ਬਾਹਾਂ ਟੁੰਗ ਲੈਂਦਾ ਤੇ ਡਾਢੇ ਰੋਹ ਚਾ ਕੇ ਅਗਲੇ ਦੇ ਦੁਆਲੇ ਹੋ ਜਾਂਦਾ, ਜਿਵੇਂ ਹੁਣ ਸੁਨੈਣੀ ਉਹਦੀ ਆਪਣੀ ਹੋਵੇ ਤੇ ਜਿਹਨੂੰ ਬਚਾਉਣਾ ਉਹਦਾ ਫਰਜ਼ ਹੋਵੇ। ਫਿਰ ਉਹ ਵੱਡੇ ਹੋ ਗਏ। ਉਹਨਾਂ ਦੀਆਂ ਸਾਂਝਾਂ ਵੀ ਵੱਡੀਆਂ ਹੋ ਗਈਆਂ, ਉਹਨਾਂ ਦੀਆਂ ਰੀਝਾਂ ਵੀ ਵੱਡੀਆਂ ਹੋ ਗਈਆਂ। 16ਵੀਂ ਪਾਸ ਕਰਕੇ ਉਸੇ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ ਜਿੱਥੇ ਸੁਨੈਣੀ ਪੜ੍ਹਦੀ ਸੀ। ਜਿਸ ਦਿਨ ਉਹ ਕਾਲਜ ਨਾ ਆਉਂਦੀ ਉਹਦਾ ਕਿਧਰੇ ਦਿਲ ਨਾ ਲੱਗਦਾ, ਕੋਈ ਕੰਮ ਕਰਨ ਨੂੰ ਉਹਦਾ ਮਨ ਨਾ ਕਰਦਾ। ਪਰ ਜਦੋਂ ਕਦੇ ਉਹ ਕੋਈ ਇਨਾਮ ਜਿੱਤਦੀ ਜਾਂ ਕਦੇ ਕੋਈ ਉਹਦੇ ਕੱਪੜਿਆਂ ਦੀ, ਉਹਦੇ ਸਲੀਕੇ ਦੀ, ਉਹਦੀ ਸਮਝ ਦੀ ਤਾਰੀਫ ਕਰਦਾ, ਉਹ ਡਾਢੇ ਮੋਹ ਨਾਲ ਉਹਦੇ ਵੱਲ ਤੱਕਦਾ। ਜਦੋਂ FSC ਕਰਕੇ ਸੁਨੈਣੀ ਨੇ ਡਾਕਟਰੀ ਵੱਲ ਜਾਣ ਲਈ ਜ਼ਿੱਦ ਕੀਤੀ ਤਾਂ ਡਾਢਾ ਔਖਾ ਹੋਇਆ ਕਿ 5 ਵਰੇ ਬੜੇ ਦੂਰ ਨੇ, ਪਰ ਸੁਨੈਣੀ ਦੀ ਅਤ ਪਿਆਰੀ ਰੀਝ ਨੂੰ ਉਹ ਕਿਵੇਂ ਵਿਚਕਾਰੋਂ ਕੱਟ ਸੁੱਟਦਾ। ਸੁਨੈਣੀ, ਕਿਤੇ ਡਾਕਟਰ ਬਣ ਕੇ ਕਿਸੇ ਡਾਕਟਰ ਨਾਲ ਹੀ ਤਾਂ ਵਿਆਹ ਨਹੀਂ ਕਰ ਲਏਂਗੀ? ਇੱਕ ਦਿਨ ਉਹਨੇ ਪੁੱਛਿਆ। ਡਾਕਟਰ ਨਾਲ ਵਿਆਹ ਕਰਕੇ ਘਰ ਕਿਵੇਂ ਚੱਲੇਗਾ? ਡਾਕਟਰਾਂ ਨੂੰ ਤਾਂ ਮਰਨ ਦੀ ਵੇਲ ਨਹੀਂ ਮਿਲਦੀ। ਕਿਸੇ ਪ੍ਰੋਫੈਸਰ ਨਾਲ ਕਰਾਂਗੀ ਜਿਹੜਾ ਘੰਟਾ 2 ਘੰਟੇ ਕਾਲਜ ਜਾ ਆਇਆ ਤੇ ਆ ਕੇ ਬੱਚਿਆਂ ਨੂੰ ਸੰਭਾਲਦਾ ਰਿਹਾ ਕਰੇ। ਉਹ ਸ਼ਰਾਰਤ ਨਾਲ ਬੋਲੀ। ਅੱਛਾ, ਤਾਂ ਤੂੰ ਪ੍ਰੋਫੈਸਰਾਂ ਨੂੰ ਵਿਹਲੇ ਸਮਝ ਰੱਖਿਆ। ਪਤਾ ਵੀ ਏ ਬਾਂਦਰਾਂ ਦੀਆਂ ਟੋਲੀਆਂ ਨੂੰ ਕਾਬੂ ਕਰਨ ਲਈ ਕਿੰਨਾ ਪੜ੍ਹਨਾ ਪੈਂਦਾ। ਬਸ ਡਰ ਗਏ? ਨਾ ਸਹੀ ਬਾਬਾ, ਤੁਸੀਂ ਪੜ੍ਹਦੇ ਰਿਹਾ ਕਰਨਾ, ਮੈਂ ਆਪ ਹੀ ਸਭ ਕੁਝ ਕਰ ਲਿਆ ਕਰੂੰਗੀ। ਤੁਸੀਂ ਸਮਝਿਆ ਕੀ ਇਹ ਮੈਨੂੰ? ਉਹ ਬੋਲੀ। ਦਿਨ ਗੁਜ਼ਰਦੇ ਗਏ, ਸੁਪਨੇ ਉਸਰਦੇ ਰਹੇ। ਫਿਰ ਪਤਾ ਨਹੀਂ ਕਿਵੇਂ ਉਹਨਾਂ ਦੀਆਂ ਮਾਵਾਂ ਦੀ ਲੜਾਈ ਹੋ ਗਈ। ਦੋਹਾਂ ਕੋਠੀਆਂ ਦੇ ਵਿਚਕਾਰ ਨਫ਼ਰਤ ਦੀ ਕੰਧ ਉਸਰ ਖਲੋਤੀ। ਉਹ ਇੱਕ ਦੂਜੀ ਦੇ ਪਰਛਾਵੇਂ ਵੱਢਣ ਲੱਗੀਆਂ।
ਬਾਹਰ ਜਦੋਂ ਕਦੇ ਸੁਨੈਣੀ ਤੇ ਰਵੀ ਟੱਕਰਦੇ ਉਹ ਮੁਸਕਰਾ ਪੈਂਦੇ। ਕਦੇ-ਕਦੇ ਇਕੱਠੇ ਸਿਨੇਮਾ ਵੀ ਚਲੇ ਜਾਂਦੇ, ਪਰ ਬਿਨਾਂ ਕਿਸੇ ਨੂੰ ਦੱਸਿਆ। ਫਿਰ ਇੱਕ ਦਿਨ ਸੁਨੈਣੀ ਜਦੋਂ ਕਾਲਜ ਜਾਣ ਲਈ ਕੋਠੀ ਦਾ ਫਾਟਕ ਨਿਕਲੀ, ਰਵੀ ਬਾਹਰੋਂ ਆ ਰਿਹਾ ਸੀ। ਉਹ ਸਾਈਕਲ ਤੋਂ ਉਤਰ ਪਿਆ, ਕੁਝ ਚਿਰ ਸੁਨੈਣੀ ਨਾਲ ਗੱਲਾਂ ਕਰਦਾ ਰਿਹਾ ਤੇ ਫਿਰ ਆਪਣਾ ਨਵਾਂ ਲਿਆਂਦਾ ਪੈਨ ਉਹਨੇ ਸੁਨੈਣੀ ਨੂੰ ਦਿੱਤਾ। ਜਦੋਂ ਉਹ ਅਗਾਂਹ ਵੀ ਤੁਰ ਗਈ, ਉਹ ਕੁਝ ਪਲ ਫਿਰ ਵੀ ਉੱਥੇ ਹੀ ਖੜੋਤਾ ਤੱਕਦਾ ਰਿਹਾ। ਰਵੀ ਦੀ ਮਾਂ ਨੇ ਕੋਠੇ ਉੱਤੇ ਖੜੋਤਿਆਂ ਸਭ ਕੁਝ ਤੱਕ ਲਿਆ ਸੀ। ਆਉਂਦੇ ਨੂੰ ਹੀ ਉਹ ਹਰਕ ਕੇ ਬੋਲੀ, ਵੇ ਮੁੰਡਿਆ, ਕਿਉਂ ਤੂੰ ਮੇਰੇ ਝਾਟੇ ਖੇ ਪਾਉਣ ਲੱਗਿਆ? ਕੀ ਕੰਮ ਹੈ ਤੇਰਾ ਉਸ ਕੁੜੀ ਨਾਲ ਗੱਲਾਂ ਕਰਨ ਦਾ? ਮੈਨੂੰ ਨਹੀਂ ਸੀ ਪਤਾ ਵੀ ਮੀਸਣੀ ਜਿਹੀ ਵਿੱਚੋਂ ਇਹੋ ਜੀ ਹੈ। ਕਰੂਗੀ ਪਿਓ ਦਾਦੇ ਦਾ ਨਾਂ ਉੱਚਾ, ਤੇ ਉਹਨੂੰ ਦੇ ਕੇ ਕੀ ਆਇਆ? ਮਾਂ ਜੀ, ਤੁਸੀਂ ਕਿਉਂ ਫਜ਼ੂਲ ਬੋਲੀ ਜਾਂਦੇ ਹੋ? ਰਵੀ ਚਿੜ ਕੇ ਬੋਲਿਆ। ਜਾਵੇ ਗਾਂ ਕੰਮ ਕਰ। ਆਇਆ ਉਹਦਾ ਵੱਡਾ ਹਮੈਤੀ, ਮੈਨੂੰ ਫਜ਼ੂਲ ਬੋਲਦੀ ਦੱਸਦਾ। ਕਰਦੀ ਆ ਫਿਰ ਤੇਰਾ ਵੀ ਇੰਤਜ਼ਾਮ। ਰਵੀ ਗੁੱਸੇ ਨਾਲ ਉੱਥੋਂ ਤੁਰ ਗਿਆ। ਹਫ਼ਤੇ ਦੇ ਅੰਦਰ ਅੰਦਰ ਹੀ ਮਾਂ ਉਹਦੀ ਨੇ ਉਹਦੇ ਲਈ ਕੁੜੀ ਦੇਖ ਕੇ ਰੁਪਇਆ ਫੜ ਲਿਆ। ਰਵੀ ਨੇ ਕਈ ਦਿਨ ਰੋਟੀ ਨਾ ਖਾਧੀ, ਘਰ 'ਚ ਕਲੇਸ਼ ਪੈ ਗਿਆ। ਮੈਂ ਐਡੇ ਵਕਤਾਂ ਨਾਲ ਇਸੇ ਖਾਤਰ ਪਾਲਿਆ ਸੀ ਕਿ ਵੱਡਾ ਹੋ ਕੇ ਠੁੱਠ ਵਿਖਾਏ। ਮੈਂ ਉਹਦੀ ਧੀ ਨੂੰ ਕਿਵੇਂ ਆਪਣੀ ਨੂੰਹ ਬਣਾ ਲਵਾਂ, ਜਿਹਦੀ ਮਾਂ 4 ਦਿਨ ਨਹੀਂ ਹੋਏ ਹਜ਼ਾਰ ਸੁਣਾ ਕੇ ਗਈ ਏ। ਪਰ ਸੁਨੈਣੀ ਦਾ ਇਸ 'ਚ ਕੀ ਕਸੂਰ ਏ ਮਾਂ ਜੀ? ਰਵੀ ਨੇ ਰੋਣ ਹਾਕਾ ਹੋ ਕੇ ਆਖਿਆ। ਆਖਿਰ ਧੀ ਤਾਂ ਉਸੇ ਦੀ ਏ, ਉਹ ਮੇਰੇ ਨਾਲ ਕਦੋਂ ਭਲੀਆਂ ਬੀਤਣ ਲੱਗੀ ਏ। ਇਦੋਂ ਤਾਂ ਮੈਂ ਜ਼ਹਿਰ ਖਾ ਕੇ ਨਹੀਂ ਮਰ ਜਾਊਂਗੀ, ਮਾਂ ਉਹਦੀ ਰੋਹ ਨਾਲ ਆਖਣ ਲੱਗੀ। ਬਿਨਾਂ ਰਵੀ ਦੀ ਸਲਾਹ ਲਏ ਵਿਆਹ ਦਾ ਦਿਨ ਵੀ ਧਰ ਲਿਆ। ਮਾਂ ਉਹਦੀ ਨੇ ਤਿਆਰੀਆਂ ਵੀ ਸ਼ੁਰੂ ਕਰਤੀਆਂ। ਸੁਨੈਣੀ, ਮੈਂ ਕੀ ਕਰਾਂ? ਰਵੀ ਨੇ ਤੜਪ ਕੇ ਆਖਿਆ। ਸੁਨੈਣੀ ਰੋ ਪਈ। ਤੂੰ ਰੋ ਨਾ ਸੁਨੈਣੀ, ਤੇਰੀ ਖਾਤਰ ਮੈਂ ਘਰ ਛੱਡ ਦਿਆਂਗਾ, ਸ਼ਹਿਰ ਛੱਡ ਦਿਆਂਗਾ। ਨਹੀਂ ਰਵੀ ਨਹੀਂ, ਤੁਹਾਡੇ ਪਿਤਾ ਜੀ ਜਿਉਂਦੇ ਹੁੰਦੇ ਜਾਂ ਕੋਈ ਹੋਰ ਭਰਾ ਮਾਂ ਜੀ ਦਾ ਖਿਆਲ ਰੱਖਣ ਲਈ ਹੁੰਦਾ, ਤੁਸੀਂ ਲੱਖ ਵਾਰੀ ਇਉਂ ਕਰ ਲੈਂਦੇ, ਪਰ ਹੁਣ ਤੁਸੀਂ ਇਹ ਕਰਦੇ ਅੱਛੇ ਨਹੀਂ ਲੱਗਦੇ। ਸੁਨੈਣੀ ਨੇ ਦਿਲ ਕਰੜਾ ਕਰਕੇ ਆਖਿਆ। ਸੁਨੈਣੀ, ਮੈਂ ਤੇਰੇ ਸਹਾਰੇ ਤੋਂ ਬਿਨਾਂ ਜ਼ਿੰਦਗੀ ਦੇ ਸਾਰੇ ਬੋਝ ਉਠਾ ਨਹੀਂ ਸਕਾਂਗਾ। ਰਵੀ, ਮੈਂ ਕਿਤੇ ਵੀ ਰਹਾਂ, ਮੇਰੀ ਆਤਮਾ ਹਮੇਸ਼ਾ ਤੁਹਾਡੇ ਨਾਲ ਰਹੇਗੀ। ਤੁਸੀਂ ਮੇਰੀ ਨਾੜ 'ਚ ਰਚ ਗਏ ਹੋ। ਮੈਂ ਕਦੇ ਤੁਹਾਨੂੰ ਆਪਣੇ ਨਾਲੋਂ ਨਖੇੜ ਨਹੀਂ ਸਕਾਂਗੀ। ਸੁਨੈਣੀ ਨੇ ਅੱਖਾਂ ਭਰ ਕੇ ਆਖਿਆ। ਸੁਨੈਣੀ, ਦਿਲ ਕਰਦਾ ਮਰ ਜਾਵਾਂ। ਝੱਲੇ, ਮਰਦ ਹੋ ਕੇ ਵੀ ਅਜਿਹੀਆਂ ਗੱਲਾਂ ਕਰਦੇ ਹੋ? ਦੁਨੀਆ 'ਚ ਅਸੀਂ ਇਕੱਲੇ ਹੀ ਐਡੇ ਔਖੇ ਨਹੀਂ, ਬਥੇਰੇ ਲੋਕ ਪਿਆਰ ਕਰਦੇ ਨੇ। ਮਜਬੂਰੀਆਂ ਰਾਹ ਮੱਲ ਖਲੋਂਦੀਆਂ ਨੇ, ਰਸਤੇ ਨਿਖੜ ਜਾਂਦੇ ਨੇ, ਪਰ ਫਿਰ ਵੀ ਉਹ ਜਿਉਂਦੇ ਨੇ, ਤੜਪ ਕੇ ਜਿਉਂਦੇ ਨੇ। ਬਹਾਦਰੀ ਇਸੇ ਵਿੱਚ ਹੈ, ਮਰਨਾ ਤੇ ਬੜਾ ਸੌਖਾ ਹੁੰਦਾ ਹੈ। ਸੁਨੈਣੀ, ਰਵੀ ਰੋ ਪਿਆ। ਸੁਨੈਣੀ ਵੀ ਰੋ ਪਈ। ਵਿਆਹ ਹੋ ਗਿਆ। ਸੁਨੈਣੀ ਨੇ ਅਨੇਕਾਂ ਰਾਤਾਂ ਰੋ ਰੋ ਕੇ ਲੰਘਾਈਆਂ। ਸੁੱਜੀਆਂ ਅੱਖਾਂ ਨੂੰ ਛੁਪਾਉਣ ਲਈ ਦੁਖਦੀਆਂ ਅੱਖਾਂ ਦਾ ਬਹਾਨਾ ਕਰ ਉਹ ਸਾਰਾ ਦਿਨ ਧੁੱਪ ਵਾਲੀਆਂ ਐਨਕਾਂ ਲਾਈ ਰੱਖਦੀ। 2 ਬੁਰਕੀਆਂ ਖਾਣ ਮਗਰੋਂ ਹੀ ਰੋਟੀ ਉਹਦੇ ਮੂੰਹ 'ਚ ਫੁੱਲਣ ਲੱਗ ਜਾਂਦੀ। ਕਈ ਵਾਰੀ ਹੱਡ ਪੈਰ ਬੜੇ ਹੀ ਟੁੱਟਦੇ। ਪੜ੍ਹਦਿਆਂ ਧਿਆਨ ਕਿਧਰੇ ਖੋ ਜਾਂਦਾ ਤੇ ਠੀਕ ਜਵਾਬ ਨਾ ਦੇਣ ਤੇ ਪ੍ਰੋਫੈਸਰ ਕੋਲੋਂ ਝਿੜਕਾਂ ਵੀ ਪੈ ਜਾਂਦੀਆਂ। ਰੰਗ ਉਹਦਾ ਦਿਨੋਂ ਦਿਨ ਪੀਲਾ ਹੁੰਦਾ ਜਾ ਰਿਹਾ ਸੀ, ਪਰ ਰਵੀ ਨੂੰ ਜਦੋਂ ਵੀ ਮਿਲਦੀ ਉਹ ਮੁਸਕਰਾ ਕੇ ਮਿਲਦੀ। ਨੇਕ ਮੁੰਡਾ ਹੋਣ ਕਰਕੇ ਫਰਜ਼ਾਂ ਨੇ ਉਹਨੂੰ ਜਕੜ ਲਿਆ ਸੀ, ਪਰ ਮਨ ਉਹਦਾ ਭਟਕ ਗਿਆ। ਜਿੰਨੀ ਸੁਨੈਣੀ ਹੁਣ ਉਹਨੂੰ ਦੂਰ ਦਿਸਦੀ ਸੀ, ਓਨੀ ਚਾਹ ਪਰਬਲ ਹੁੰਦੀ ਰਹੀ ਜਾਂਦੀ ਸੀ। ਸੁਨੈਣੀ ਕਦੇ ਆਪਣੀ ਬਗੀਚੀ 'ਚੋਂ ਨਿਕਲਦੀ, ਉਹ ਸਭ ਕੁਝ ਭੁੱਲ ਕਿੰਨਾ ਚਿਰ ਉਹਦੇ ਵੱਲ ਤੱਕਦਾ ਰਹਿੰਦਾ। ਸੁਨੈਣੀ ਦੇ ਕਾਲਜ ਜਾਣ ਦਾ ਵੇਲਾ ਹੁੰਦਾ ਤਾਂ ਉਹ ਨਾ ਚਾਹੁੰਦਾ ਹੋਇਆ ਵੀ ਆਪਣੀ ਕੋਠੀ ਦੇ ਫਾਟਕ ਵੱਲ ਤੁਰ ਪੈਂਦਾ। ਸ਼ਕਤੀ ਆਪਣੀ ਪਤਨੀ ਵੱਲ ਤੱਕ ਉਹ ਕਈ ਵਾਰੀ ਆਪਣੇ ਮਨ ਨੂੰ ਬੜਾ ਤਿਰਕਾਰਦਾ, ਪਰ ਜਿਹੜੀ ਕੁੜੀ ਇੰਨੇ ਵਰ੍ਹਿਆਂ ਤੋਂ ਉਹਦੇ ਸੁਪਨਿਆਂ 'ਚ ਸਮਾ ਚੁੱਕੀ ਸੀ, ਉਹਨੂੰ ਕਿਵੇਂ ਧਰੂ ਕੇ ਕੱਢ ਦਿੰਦਾ, ਕਿਵੇਂ ਸਾਂਝਾਂ ਚੀਰ ਲੈਂਦਾ, ਕਿਵੇਂ ਮਨ ਨੂੰ ਵਰਜ ਲੈਂਦਾ। ਫਿਰ ਇੱਕ ਦਿਨ ਸੁਨੈਣੀ ਬਿਮਾਰ ਹੋ ਗਈ। ਕਈ ਦਿਨ ਰਵੀ ਤੱਕਦਾ ਰਿਹਾ, ਪਰ ਨਾ ਉਹ ਕਾਲਜ ਤੇ ਨਾ ਹੀ ਬਾਹਰ ਦਿਸੀ। ਉਹ ਡਾਢਾ ਬੇਚੈਨ ਹੋਇਆ। ਆਥਣ ਵੇਲੇ ਸੁਰੇਸ਼ ਆਪਣੇ ਜਾਣੂ ਡਾਕਟਰ ਨੂੰ ਸੁਨੈਣੀ ਦੀ ਕੋਠੀਓਂ ਨਿਕਲਦਾ ਤੱਕ ਕਾਲੇ ਕਦਮ ਪੁੱਟਦਾ ਰਵੀ ਉਹਨੂੰ ਜਾ ਮਿਲਿਆ ਤੇ ਆਖਣ ਲੱਗਾ, ਸੁਣਾਓ ਡਾਕਟਰ ਸਾਹਿਬ, ਅੱਜ ਇੱਧਰ ਕਿਵੇਂ? ਇਹਨਾਂ ਕੋਠੀ ਵਾਲਿਆਂ ਦੀ ਵੱਡੀ ਲੜਕੀ ਹੈ ਨਾ, ਉਹਨੂੰ ਦੇਖਣ ਆਇਆ ਸੀ। ਉਹ ਬੋਲੇ, ਕੀ ਦੁਖਦਾ ਹੈ? ਰਵੀ ਨੇ ਲਹਿਜੇ ਨੂੰ ਸਧਾਰਨ ਬਣਾਉਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ। ਬਿਮਾਰੀ ਤਾਂ ਮਾਮੂਲੀ ਬੁਖਾਰ ਹੈ, ਪਰ ਕਦੇ ਦਿਲ ਘਟਣ ਲੱਗ ਜਾਂਦਾ ਹੈ, ਉਸ ਨਾਲ ਔਖੀ ਹੋ ਜਾਂਦੀ ਹੈ। ਉਹਦੀ ਸਿਹਤ ਤਾਂ ਬੜੀ ਸੋਹਣੀ ਹੁੰਦੀ ਸੀ, ਸ਼ਾਇਦ ਡਾਕਟਰੀ 'ਚ ਆਖਰੀ ਸਾਲ ਹੋਣ ਕਰਕੇ ਬਹੁਤਾ ਪੜ੍ਹਦੀ ਰਹਿੰਦੀ ਹੈ। ਤਾਂ ਖਤਰੇ ਵਾਲੀ ਤਾਂ ਕੋਈ ਗੱਲ ਨਹੀਂ? ਰਵੀ ਨੇ ਗੱਲ ਟੋਕ ਕੇ ਪੁੱਛਿਆ। ਬਿਮਾਰੀ ਸ਼ੁਮਾਰੀ ਤਾਂ ਠੀਕ ਹੋ ਜਾਂਦੀ ਹੈ, ਪਰ ਦਿਲ ਦੀਆਂ ਬਿਮਾਰੀਆਂ ਔਖਾ ਕਰਦੀਆਂ ਨੇ। ਬਹੁਤ ਵਾਰੀ ਤਾਂ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਬੰਦਾ ਪਾਰ ਹੋ ਜਾਂਦਾ ਹੈ। ਅੱਛਾ ਜੀ ਪ੍ਰੋਫੈਸਰ ਸਾਹਿਬ, ਕਦੇ ਫੇਰ ਮਿਲਾਂਗੇ, ਆਖ ਡਾਕਟਰ ਚਲਾ ਗਿਆ। ਰਵੀ ਨੇ ਹਸਰਤ ਨਾਲ ਸੁਨੈਣੀ ਦੀ ਕੋਠੀ ਵੱਲ ਤੱਕਿਆ। ਸੁਨੈਣੀ, ਤੈਨੂੰ ਕੀ ਹੋ ਗਿਆ? ਉਹਦੇ ਦਿਲ ਨੇ ਵਿਲਕ ਕੇ ਆਖਿਆ।
ਸੁਨੈਣੀ ਦਾ ਬਿਮਾਰ ਮੂੰਹ ਉਹਦੀ ਕਲਪਨਾ 'ਚ ਉਗੜ ਖਲੋਤਾ। ਸੁਨੈਣੀ, ਮੈਨੂੰ ਤੇ ਮੱਤਾਂ ਦਿੰਦੀ ਹੁੰਦੀ ਸੀ, ਹੁਣ ਆਪਣੇ ਦਿਲ ਨੂੰ ਕੀ ਰੋਗ ਲਾ ਬੈਠੀ ਹੈ? ਸੁਨੈਣੀ, ਰੱਬ ਕਰੇ ਤੈਨੂੰ ਕਦੇ ਕੁਛ ਨਾ ਹੋਵੇ ਮੇਰੀ ਰਾਣੀ। ਸੋਚਦਾ ਉਹ ਸੁਨੈਣੀ ਦੀ ਕੋਠੀ ਚਲਾ ਗਿਆ। ਦੀਦੀ, ਰਵੀ ਭਾਜੀ ਆਏ ਨੇ। ਉਹਨੂੰ ਆਉਂਦਿਆਂ ਤੱਕ ਤੋਸ਼ੀ ਦੌੜ ਕੇ ਸੁਨੈਣੀ ਨੂੰ ਦੱਸਣ ਗਈ। ਵਧਾਈਆਂ ਹੋਣ ਪੁੱਤਾ, ਰੱਬ ਸਭ ਨੂੰ ਭਾਗ ਲਾਏ। ਸੁੱਖ ਨਾਲ ਕਿੰਨੇ ਦਿਨ ਦਾ ਹੋ ਗਿਆ ਤੇਰਾ ਕਾਕਾ? ਜੀ ਬਥੇਰਾ ਕਰਦਾ ਮਿਲਣ ਨੂੰ, ਪਰ ਤੇਰੀ ਮਾਂ ਜੀ ਤੋਂ ਡਰਦੇ ਮੂੰਹ ਕਿਹੜਾ ਕਰਦੇ ਆ ਉਧਰ ਨੂੰ? ਸੁਨੈਣੀ ਦੀ ਮਾਂ ਰਵੀ ਨੂੰ ਆਖਣ ਲੱਗੀ। ਸੁਨੈਣੀ ਦਾ ਕੀ ਹਾਲ ਹੈ ਮਾਸੀ ਜੀ? ਉਹਦੀਆਂ ਸਾਰੀਆਂ ਗੱਲਾਂ ਛੱਡ ਰਵੀ ਨੇ ਪੁੱਛਿਆ। ਸਾਹਮਣੇ ਕਮਰੇ 'ਚ ਪਈਏ, ਤੂੰ ਚੱਲ, ਮੈਂ ਧੋਬੀ ਨੂੰ ਕੱਪੜੇ ਦੇ ਕੇ ਆਈ। ਕਦੋਂ ਦਾ ਬੈਠਾ? ਉਹ ਬੋਲੀ। ਰਵੀ ਸੁਨੈਣੀ ਕੋਲ ਗਿਆ। ਉਹਨੂੰ ਆਇਆਂ ਤੱਕ ਸੁਨੈਣੀ ਨੂੰ ਰੋਣਾ ਆ ਗਿਆ। ਸੁਨੈਣੀ ਦਾ ਪੀਲਾ ਹੱਥ ਆਪਣੇ ਹੱਥਾਂ 'ਚ ਘੁੱਟਦਿਆਂ ਉਹ ਵੀ ਰੋ ਪਿਆ। ਸੁਨੈਣੀ, ਕੀ ਹੋ ਗਿਆ ਤੈਨੂੰ? ਰਵੀ ਨੇ ਤੜਪ ਕੇ ਪੁੱਛਿਆ। ਕੁਛ ਵੀ ਨਹੀਂ, ਸੁਨੈਣੀ ਬੋਲੀ। ਸੁਨੈਣੀ, ਸੱਚ ਜਾਣੀ, ਮੈਂ ਭਾਵੇਂ ਕਿਤੇ ਵੀ ਹੋਵਾਂ, ਕੁਝ ਵੀ ਕਰਦਾ ਹੋਵਾਂ, ਮੈਨੂੰ ਤੂੰ ਯਾਦ ਆਉਂਦੀ ਰਹਿੰਦੀ ਹੈ। ਜਮਾਤ 'ਚ ਪੜ੍ਹਾਉਂਦਿਆਂ ਜਦੋਂ ਕਿਸੇ ਕੁੜੀ ਦੇ ਲੰਮੇ ਵਾਲਾਂ ਦਾ ਜਾਂ ਸੋਹਣੀਆਂ ਅੱਖਾਂ ਦਾ ਜ਼ਿਕਰ ਆਉਂਦਾ, ਮੈਨੂੰ ਤੂੰ ਯਾਦ ਆ ਜਾਂਦੀ ਹੈ। ਰਵੀ, ਹੁਣ ਤੁਸੀਂ ਮੈਨੂੰ ਯਾਦ ਨਾ ਕਰਿਆ ਕਰੋ, ਉਹਦੇ ਲਈ ਜੀਵੋ ਜਿਹਦੇ ਤੁਸੀਂ ਹੋ। ਸੁਨੈਣੀ ਨੇ ਦਿਲ ਕਰੜਾ ਕਰਕੇ ਆਖਿਆ। ਉਹਦੇ ਲਈ ਵੀ ਮੈਂ ਤੇਰੇ ਕਰਕੇ ਜੀ ਸਕਾਂਗਾ ਰਾਣੀ। ਤੂੰ ਦੇਖੀ ਨਹੀਂ, ਬੇਬੀ ਬਿਲਕੁਲ ਤੇਰੇ ਵਰਗੀ ਏ। ਮੈਂ ਉਹਦਾ ਨਾਂ ਵੀ ਸੁਨੈਣੀ ਰੱਖਿਆ। ਮਾਂ ਜੀ ਭਾਵੇਂ ਉਹਨੂੰ ਪ੍ਰੇਮ ਆਖ ਕੇ ਸੱਦਦੇ ਨੇ। ਰਵੀ, ਤੁਹਾਡੀ ਸੁਨੈਣੀ ਜਿਉਂਦੀ ਰਹੇ। ਹਾਂ ਰਾਣੀ, ਮੇਰੀ ਸੁਨੈਣੀ ਜਿਉਂਦੀ ਰਹੇ। ਰਵੀ ਨੇ ਉਹਦੇ ਵੱਲ ਮੋਹ ਨਾਲ ਤੱਕਦਿਆਂ ਆਖਿਆ। ਘੰਟਾ ਕੁ ਰਵੀ ਉੱਥੇ ਬੈਠਾ ਰਿਹਾ। ਸੁਨੈਣੀ ਦੇ ਤੇ ਮੂੰਹ ਤੇ ਖੇੜਾ ਆ ਗਿਆ। ਤੋਸ਼ੀ ਨੇ ਜਦੋਂ ਦੀਦੀ ਦੀਆਂ ਪ੍ਰਸੰਨ ਅੱਖਾਂ ਵੱਲ ਤੱਕਿਆ, ਉਹਨੂੰ ਉੱਤੇ ਤਰਸ ਆ ਗਿਆ। ਜਦੋਂ ਰਵੀ ਘਰ ਗਿਆ, ਮਾਂ ਉਹਦੀ ਲੋਹੀ ਲਾਖੀ ਹੋ ਕੇ ਬੋਲੀ, ਵੇ ਕਾਕਾ, ਤੂੰ ਫੇਰ ਨਹੀਂ ਹਟਦਾ ਉਹਨਾਂ ਦੇ ਘਰ ਜਾਣੋ। ਮਾਂ ਜੀ, ਸੁਨੈਣੀ ਬਿਮਾਰ ਏ, ਉਹ ਬੋਲਿਆ। ਅੱਛਾ, ਤਾਂ ਉਹਦੇ ਕਰਕੇ ਗਿਆ ਸੈਂ? ਤਾਂ ਅਜੇ ਵੀ ਕਲੈਣੀ ਤੇਰਾ ਪਿੱਛਾ ਨਹੀਂ ਛੱਡਦੀ। ਇਸੇ ਦੁੱਖ ਦੀ ਮਾਰੀ ਨੇ ਮੈਂ ਤੇਰਾ ਝਟਪਟ ਵਿਆਹ ਕੀਤਾ ਵੀ ਉਹ ਹਾਲੇ ਵੀ। ਮਾਂ ਜੀ, ਐਵੇਂ ਫਜ਼ੂਲ ਗੱਲਾਂ ਨਾ ਬੋਲਿਆ ਕਰੋ। ਰਵੀ ਹਰ ਕੇ ਬੋਲਿਆ। ਮੈਨੂੰ ਪਤਾ ਹੈ, ਉਹਦੇ ਬਾਰੇ ਕਹੀ ਗੱਲ ਤਾਂ ਤੇਰੇ ਸੇਲੇ ਵਾਂਗੂ ਲੱਗਦੀ ਹੈ। ਉਹ ਦੂਜੇ ਕਮਰੇ 'ਚ ਚਲਾ ਗਿਆ। ਮਾਂ ਉਹਦੀ ਕਿੰਨਾ ਚਿਰ ਬੁੜਬੁੜ ਕਰਦੀ ਰਹੀ ਤੇ ਨਾਲ ਦੇ ਕਮਰੇ 'ਚ ਬੈਠੀ ਸ਼ਕਤੀ ਸਭ ਕੁਝ ਸੁਣਦੀ ਰਹੀ। ਮਾਂ ਜੀ ਕਿਉਂ ਗੁੱਸੇ ਹੁੰਦੇ ਨੇ? ਉਹ ਪਤੀ ਕੋਲ ਜਾ ਕੇ ਪੁੱਛਣ ਲੱਗੀ। ਤੈਂ ਕੀ ਲੈਣਾ? ਉਹ ਖਿਝ ਕੇ ਬੋਲਿਆ। ਉਦੋਂ ਤਾਂ ਉਹ ਚੁੱਪ ਕਰ ਗਈ, ਪਰ ਹੌਲੀ ਹੌਲੀ ਸੱਸ ਤੋਂ ਉਹਨੇ ਸਭ ਕੁਝ ਪੁੱਛ ਲਿਆ। ਹੱਸਦੀ ਮੁਸਕਰਾਉਂਦੀ ਸ਼ਕਤੀ ਨੂੰ ਜਿਵੇਂ ਸੱਪ ਸੌਂ ਗਿਆ। ਉਹ ਅੰਦਰ ਹੀ ਅੰਦਰ ਵਿਸ ਘੋਲਣ ਲੱਗੀ। ਗੱਲ ਗੱਲ ਤੇ ਖਿਝ ਪੈਂਦੀ, ਹਰਕ ਕੇ ਬੋਲਦੀ, ਤਾਨੇ ਦਿੰਦੀ, ਹਰ ਵੇਲੇ ਰਵੀ ਦੀ ਨਿਗਰਾਨੀ ਰੱਖਦੀ। ਕਦੇ ਉਹ ਸੁਨੈਣੀ ਦੀ ਕੋਠੀ ਵੱਲ ਤੱਕਦਾ, ਉਹਦੇ ਮੱਥੇ ਤਿਉੜੀਆਂ ਪੈ ਜਾਂਦੀਆਂ। ਕਦੇ ਉਹ ਫਾਟਕ ਤੇ ਘੁੰਮਣ ਚਲਾ ਜਾਂਦਾ ਤਾਂ ਪਿੱਛੇ ਪਿੱਛੇ ਜਾਂਦੀ। ਮੇਰੀ ਕੁੜੀ ਨੂੰ ਸੁਨੈਣੀ ਨਾ ਆਖਿਆ ਕਰੋ, ਮੈਨੂੰ ਨਹੀਂ ਇਹ ਨਾਂ ਪਸੰਦ। ਇੱਕ ਦਿਨ ਸ਼ਕਤੀ ਨੇ ਗੁੱਸੇ ਨਾਲ ਰਵੀ ਨੂੰ ਆਖਿਆ। ਚੰਗਾ, ਉਹ ਬੋਲਿਆ। ਉਸ ਦਿਨ ਤੋਂ ਉਹਨੇ ਆਪਣੀ ਧੀ ਨੂੰ ਹੀ ਬੁਲਾਉਣਾ ਛੱਡ ਦਿੱਤਾ। ਸੁਨੈਣੀ ਨੇ ਡਾਕਟਰੀ ਪਾਸ ਕਰ ਲਈ। ਰਵੀ ਦਾ ਡਾਢਾ ਦਿਲ ਕੀਤਾ ਕਿ ਉਹਨੂੰ ਮੁਬਾਰਕਬਾਦ ਦੇ ਆਵੇ। ਕਈ ਵਾਰ ਉਹ ਜਾਂਦਾ ਜਾਂਦਾ ਰੁਕ ਗਿਆ। ਫਿਰ ਇੱਕ ਦਿਨ ਜਦੋਂ ਸ਼ਕਤੀ ਕਿਤੇ ਬਾਹਰ ਗਈ ਹੋਈ ਸੀ, ਉਹ ਸੁਨੈਣੀ ਦੀ ਕੋਠੀ ਚਲਾ ਗਿਆ। ਸੁਨੈਣੀ, ਮੁਬਾਰਕ ਹੋਵੇ, ਉਹ ਬੋਲਿਆ। ਰਵੀ, ਕਦੇ ਇਸ ਦਿਨ ਨੂੰ ਮੈਂ ਬੜਾ ਉਡੀਕਦੀ ਹੁੰਦੀ ਸੀ, ਪਰ ਹੁਣ ਤੇ ਇਹ ਦਿਨ ਕੋਈ ਖਾਸ ਦਿਨ ਨਹੀਂ ਰਹਿ ਗਿਆ, ਉਹ ਬੋਲੀ। ਸੁਨੈਣੀ, ਮੈਂ ਤੇਰੇ ਨਾਲੋਂ ਵੀ ਔਖਾ। ਜੀ ਕਰਦਾ ਕਿਸੇ ਵੇਲੇ ਵੀ ਘਰ ਨਾ ਆ ਕੇ ਵੜਾਂ। ਕਾਲਜ ਦਾ ਕੰਮ ਹੀ ਥੋੜਾ ਹੁੰਦਾ, ਸਮਝ ਨਹੀਂ ਆਉਂਦੀ ਕਿੱਥੇ ਜਾਇਆ ਕਰਾਂ। ਰਵੀ, ਤੁਸੀਂ ਤਾਂ ਐਡੇ ਸਿਆਣੇ ਹੋ, ਜ਼ਿੰਦਗੀ ਨਾਲ ਸਮਝੌਤਾ ਕਰੋ, ਟਕਰਾਓ ਨਾ। ਟੱਕਰਾਂ ਤੇ ਜੀਵਨ ਨੂੰ ਜ਼ਖਮੀ ਕਰ ਦਿੰਦੀਆਂ ਨੇ। ਮਨ ਝਰੀਟਿਆ ਜਾਂਦਾ ਹੈ ਤੇ ਫਿਰ ਇਹਨਾਂ ਜ਼ਖਮਾਂ, ਇਹਨਾਂ ਝਰੀਟਾਂ ਵਿੱਚੋਂ ਸਿੰਬਦਾ ਲਹੂ ਤੇ ਉੱਠਦੀਆਂ ਤਰਾਟਾਂ ਤੁਹਾਡਾ ਚੈਨ ਖੋਹ ਲੈਂਦੀਆਂ ਨੇ। ਰਵੀ, ਸ਼ਕਤੀ ਨੇ ਵੀ ਆਪਣੇ ਘਰ ਤੇ ਆਪਣੇ ਪਤੀ ਲਈ ਅਨੇਕਾਂ ਸੁਪਨੇ ਬਣਾਏ ਹੋਣਗੇ, ਉਹਨਾਂ ਨੂੰ ਪੂਰਿਆਂ ਕਰੋ, ਨਹੀਂ ਤਾਂ ਫਿਰ ਉਹ ਦਿਲ ਵੀ ਵੀਰਾਨ ਹੋ ਜਾਏਗਾ। ਸੁਨੈਣੀ, ਮੈਂ ਬੜੀ ਕੋਸ਼ਿਸ਼ ਕਰਦਾ ਕਿ ਉਹਨੂੰ ਕੋਈ ਗਿਲਾ ਨਾ ਹੋਵੇ, ਪਰ ਉਹ ਮੈਨੂੰ ਸਮਝਦੀ ਨਹੀਂ। ਰਾਣੀ, ਮੈਂ ਬਹੁਤ ਔਖਾ। ਸੁਨੈਣੀ ਦੀਆਂ ਅੱਖਾਂ ਭਰ ਆਈਆਂ ਤੇ ਉਹ ਬੋਲੀ, ਰਵੀ, ਮੇਰਾ ਬੜਾ ਦਿਲ ਕਰਦਾ ਤੁਹਾਡੀਆਂ ਔਖਾਂ ਵੰਡਾ ਸਕਾਂ। ਸੁਨੈਣੀ, ਹੁਣ ਤੂੰ ਠੀਕ ਤੇ ਕਹਿੰਦੀ ਏ, ਠੀਕ ਤੇ ਰਹਿੰਦੀ ਏ। ਮੈਨੂੰ ਤੇਰਾ ਬੜੀ ਵਾਰੀ ਖਿਆਲ ਆ ਜਾਂਦਾ। ਤੂੰ ਜਿਉਂਦੀ ਰਹੀ ਸੁਨੈਣੀ, ਮੇਰੀ ਤਾਂ ਦੁਨੀਆ ਹੀ ਤੂੰ ਹੈ। ਰਵੀ, ਸਾਡੀਆਂ ਔਖਾਂ ਲਈ ਸ਼ਕਤੀ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ। ਤੁਸੀਂ ਉਹਨੂੰ ਕੋਈ ਔਖ ਨਾ ਹੋਣ ਦਿਓ, ਬੋਲੀ। ਸੁਨੈਣੀ, ਤੈਨੂੰ ਮੇਰੇ ਕੋਲੋਂ ਖੋਹ ਕੇ ਜ਼ਿੰਦਗੀ ਨੇ ਮੇਰੇ ਤੇ ਬੜਾ ਕਿੱਡਾ ਜ਼ੁਲਮ ਕੀਤਾ ਹੈ। ਰਵੀ, ਮਰਦਾਂ ਵਾਂਗ ਜੀਓ, ਗਿਲੇ ਤਾਂ ਮਨ ਭਟਕਾ ਦਿੰਦੇ ਨੇ। ਸੁਨੈਣੀ, ਕੀ ਅਜੇ ਵੀ ਮੈਂ ਤੈਨੂੰ ਪਿਆਰਾ? ਹਾਂ ਰਵੀ, ਤੁਸੀਂ ਅਜੇ ਵੀ ਮੈਨੂੰ ਬਹੁਤ ਪਿਆਰੇ ਹੋ। ਰਵੀ ਮੁਸਕਰਾ ਪਿਆ ਤੇ ਕਿੰਨਾ ਚਿਰ ਸੁਨੈਣੀ ਵੱਲ ਤੱਕਦਾ ਰਿਹਾ।
ਜਦੋਂ ਘਰ ਪਰਤਿਆ ਸ਼ਕਤੀ ਜਲੀ ਬੁਝੀ ਬੈਠੀ ਸੀ। ਸੁਨੈਣੀ ਦੀ ਕੋਠੀ ਵੱਲੋਂ ਆਉਂਦਿਆਂ ਰਵੀ ਨੂੰ ਉਹਨੇ ਤੱਕ ਲਿਆ ਸੀ। ਰੀ ਰੀ ਕਰਕੇ ਕਾਕੇ ਨੂੰ 2-3 ਚਪੇੜਾਂ ਕੱਸ ਕੇ ਮਾਰੀਆਂ ਤੇ ਬੋਲੀ, ਚੁੱਪ ਹੀ ਨਹੀਂ ਕਰਦਾ, ਧਰਿਆ ਪਿਆ ਸੀ ਮੇਰੀ ਕਿਸਮਤ 'ਚ। ਜੇ ਹੋਰ ਨਹੀਂ ਥਾਈਂ ਧੱਕੇ ਖਾਂਦੇ ਫਿਰਨਾ ਸੀ ਤਾਂ ਮੈਨੂੰ ਕਾਹਨੂੰ ਵਿਆਹ ਕੇ ਲਿਆਏ ਸੀ? ਉਹ ਹਰਕ ਕੇ ਰਵੀ ਨੂੰ ਆਖਣ ਲੱਗੀ। ਰਵੀ ਚੁੱਪ ਰਿਹਾ। ਇੰਨੇ ਨੂੰ ਭੂਸਰੀ ਉਹਦੀ ਮਾਂ ਵੀ ਆ ਗਈ। ਮੈਂ ਹੁਣੇ ਜਾ ਕੇ ਉਹਦੀ ਗੁੱਤ ਪੱਟ ਕੇ ਆਵਾਂ ਤਾਂ ਪਤਾ ਲੱਗੇ। ਮਾਂ ਨੂੰ ਵੀ ਬੇਹਿਆ ਨੂੰ ਸ਼ਰਮ ਨਹੀਂ ਆਉਂਦੀ, ਜਿਹੜੀ ਧੀ ਨੂੰ ਕਿਸੇ ਪਾਸਿਓਂ ਨਹੀਂ ਮੋੜਦੀ। ਉਹ ਗਰਜੀ, ਹੋਸ਼ ਨਾਲ ਗੱਲ ਕਰੋ ਮਾਂ ਜੀ। ਰਵੀ ਖਿਝ ਕੇ ਬੋਲਿਆ, ਹੋਸ਼ ਤਾਂ ਤੇਰੀ ਮਾਰੀ ਹੋਈ ਹੈ। ਰੱਬ ਨੇ ਧੀ ਦੇ ਛੱਡੀ, ਪੁੱਤ ਦੇ ਛੱਡਿਆ ਹੈ। ਭਰੀਆਂ ਵਰਗੀ ਬਹੂ ਹੈ, ਫਿਰ ਵੀ ਧੱਕੇ ਖਾਂਦਾ ਫਿਰਦਾ। ਹੁੰਦਾ ਤੇਰਾ ਬਾਪ ਜਿਉਂਦਾ, ਜੇ ਘਰੋਂ ਕੱਢ ਕੇ ਮੁੜ ਮੱਥੇ ਵੀ ਲਾ ਲੈਂਦੀ। ਹੁਣ ਕਹਿੰਦਾ ਕੀ ਕਰ ਲਊਗੀ, ਆਪੇ ਭੌਂਕ ਭੌਂਕ ਕੇ ਹਟ ਜਾਊਗੀ। ਰਵੀ ਚੁੱਪ ਕਰ ਰਿਹਾ। ਅੰਦਰ ਜਾ ਕੇ ਸ਼ੇਕਸਪੀਅਰ ਦਾ ਦੁਖਾਂਤ ਨਾਟਕ ਪੜ੍ਹਨ ਲੱਗ ਪਿਆ। ਚੌਖੀ ਰਾਤ ਤੀਕ ਪੜ੍ਹਦਾ ਰਿਹਾ। ਰਾਤ ਨੂੰ ਮਾਲਣ ਉਹਨਾਂ ਦੀ ਨੌਕਰਾਣੀ ਜਦੋਂ ਰੋਟੀ ਦੇਣ ਆਈ ਤਾਂ ਹੌਲੀ ਦੇ ਕੇ ਆਖਣ ਲੱਗੀ, ਪੁੱਤ ਰਵੀ, ਕਾਹਨੂੰ ਜਾਣਾ ਹੁੰਨਾ ਉਹਨਾਂ ਦੀ? ਵਿਚਾਰੀ ਕੰਨਿਆ ਦੇਵੀ ਨੂੰ 100 ਕੁਝ ਆਖਿਆ ਜਾਂਦਾ। ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਅੱਜ ਮਾਂ ਜੀ ਨੇ ਉਹਨਾਂ ਦੇ ਨੌਕਰ ਨੂੰ ਬੁਲਾ ਕੇ ਬੜਾ ਕੁਝ ਆਖਿਆ ਹੈ। ਉਹਨਾਂ ਦੇ ਨੌਕਰ ਨੂੰ ਕੀ ਆਖਿਆ? ਰਵੀ ਨੇ ਰੋਜ਼ ਆ ਕੇ ਪੁੱਛਿਆ। ਜੋ ਆਖਿਆ ਗਿਆ ਸੋ ਤਾਂ ਆਖਿਆ ਹੀ ਗਿਆ। ਹੁਣ ਗੱਲ ਨਾ ਵਧਾਈ, ਗਾਂ ਨੂੰ ਸਿਆਣਾ ਬਣੀ। ਆਖ ਮਾਲਣ ਚਲੀ ਗਈ। ਰੋਟੀ ਉਵੇਂ ਹੀ ਪਈ ਰਹੀ। ਰਵੀ ਬਾਹਰ ਨੂੰ ਚਲਾ ਗਿਆ। ਅੱਧੀ ਰਾਤ ਨੂੰ ਸ਼ਰਾਬ ਨਾਲ ਰੱਜਿਆ ਉਹ ਘਰ ਪਰਤਿਆ। ਬਿਨਾਂ ਕੁਝ ਖਾਧੇ ਪੀਤੇ ਸੌਂ ਗਿਆ। ਅਗਲੇ ਦਿਨ ਉਹ ਪੀ ਕੇ ਘਰ ਮੁੜਿਆ। ਉਹ ਤੋਂ ਅਗਲੇ ਦਿਨ ਵੀ ਤੇ ਫਿਰ ਹਰ ਰੋਜ਼ ਹੀ ਪੀਣ ਲੱਗ ਪਿਆ। ਮਾਂ ਨੇ ਬਥੇਰਾ ਕਲੇਸ਼ ਕੀਤਾ, ਸ਼ਕਤੀ ਬਥੇਰਾ ਪਿੱਟੀ, ਪਰ ਉਹ ਚੁੱਪ ਕਰ ਰਹਿੰਦਾ। ਸਵੇਰੇ ਉਹ ਘਰੋਂ ਨਿਕਲ ਜਾਂਦਾ। ਕਾਲਜ ਪੜ੍ਹਾਉਣ ਤੋਂ ਮਗਰੋਂ ਕਦੇ ਲਾਇਬ੍ਰੇਰੀ, ਕਦੇ ਕਲੱਬ, ਕਦੇ ਦੋਸਤਾਂ ਮਿੱਤਰਾਂ ਦੇ ਬੇਮਤਲਬ ਹੀ ਘੁੰਮਦਾ ਰਹਿੰਦਾ। ਰਾਤ ਨੂੰ ਸ਼ਰਾਬ ਪੀ ਕੇ ਘਰ ਆ ਜਾਂਦਾ। ਨੌਕਰ ਨੂੰ ਗਾਲਾਂ ਕੱਢਦਿਆਂ, ਸ਼ਕਤੀ ਨੂੰ ਝਿੜਕਦਿਆਂ ਤੇ ਮਾਂ ਜੀ ਨਾਲ ਉੱਚੀ ਉੱਚੀ ਲੜਦਿਆਂ ਸੁਨੈਣੀ ਨੇ ਕਈ ਵਾਰ ਸੁਣਿਆ। ਕਾਲਜਾ ਘੁੱਟ ਕੇ ਰਹਿ ਗਈ। ਵਰ੍ਹਾ ਲੰਘ ਗਿਆ। ਸੁਨੈਣੀ ਬਹੁਤੇ ਤੋਂ ਬਹੁਤੇ ਕੰਮ ਵਿੱਚ ਆਪਣੇ ਆਪ ਨੂੰ ਖੋਈ ਰੱਖਦੀ। ਚੰਗੀ ਸ਼ੋਹਰਤ ਹੋ ਜਾਣ ਕਰਕੇ ਹੁਣ ਘਰ ਵੀ ਬੜੇ ਮਰੀਜ਼ ਆਉਣ ਲੱਗ ਪਏ ਸਨ। ਲੋਕੀ ਆਂਦੇ, ਇਸ ਕੁੜੀ ਤੇ ਤਾਂ ਹੱਥ ਜਾਸੀ ਬੜਾ ਹੈ। ਫਿਰ ਵੀ ਜਦੋਂ ਕਦੇ ਉਹ ਵਿਹਲੀ ਹੁੰਦੀ, ਰਵੀ ਉਹਨੂੰ ਯਾਦ ਆ ਜਾਂਦਾ। ਹਸਪਤਾਲ ਨੂੰ ਜਾਂਦਿਆਂ ਅਨੇਕਾਂ ਵਾਰੀ ਉਹਦਾ ਦਿਲ ਕਰਦਾ ਰਵੀ ਕਿਧਰੇ ਟੱਕਰ ਜਾਏ। ਰਵੀ ਨੂੰ ਗੁਲਾਬ ਦੇ ਫੁੱਲ ਬਹੁਤ ਪਸੰਦ ਸਨ ਤੇ ਸੁਨੈਣੀ ਨੇ ਆਪਣੀ ਕੋਠੀ ਗੁਲਾਬ ਹੀ ਚਾਰੇ ਪਾਸੇ ਲਗਾ ਰੱਖਿਆ ਸੀ। ਇੱਕ ਰਾਤ ਰਵੀ ਦੀ ਕੋਠੀ ਉੱਚੀ ਉੱਚੀ ਚੀਕਾਂ ਮਾਰਦਾ ਕੋਈ ਉਹਨੇ ਸੁਣਿਆ। ਉਹ ਘਬਰਾ ਕੇ ਕੋਠੀ ਤੋਂ ਬਾਹਰ ਆ ਗਈ। ਹੈਂ, ਇਹ ਤੇ ਸ਼ਕਤੀ ਏ। ਸ਼ਾਇਦ ਰਵੀ ਸ਼ਰਾਬ ਪੀ ਕੇ ਕਿਸੇ ਮੋਟਰ ਹੇਠ ਆ ਗਿਆ। ਸ਼ਾਇਦ ਕੋਠੇ ਤੋਂ ਡਿੱਗ ਪਿਆ। ਸ਼ਾਇਦ ਉਹਦਾ ਘਬਰਾਇਆ ਮਨ ਕਿੰਨਾ ਕੁਝ ਸੋਚ ਗਿਆ। ਸ਼ਾਇਦ ਮੈਂ ਕੁਝ ਕਰ ਸਕਾਂ, ਇਹ ਖਿਆਲ ਆਉਂਦੇ ਉਹ ਤੇਜ਼ੀ ਨਾਲ ਰਵੀ ਦੀ ਕੋਠੀ ਵੱਲ ਤੁਰ ਪਈ। ਦੀਦੀ ਨਾ ਜਾ, ਪਿੱਛੋਂ ਤੋਸ਼ੀ ਨੇ ਆਵਾਜ਼ ਦਿੱਤੀ। ਸੁਨੈਣੀ ਨੇ ਕੁਛ ਨਾ ਗੌਲਿਆ। ਅੱਗੇ ਜਦੋਂ ਪਹੁੰਚੀ ਤਾਂ ਰਵੀ ਸ਼ਕਤੀ ਨੂੰ ਕੁੱਟ ਰਿਹਾ ਸੀ। ਕੋਲ ਸ਼ਰਾਬ ਦੀ ਅੱਧੀ ਬੋਤਲ ਪਈ ਸੀ। ਸੁਨੈਣੀ ਨੇ ਜਾ ਕੇ ਉਹਨੂੰ ਬਾਂਹ ਤੋਂ ਫੜ ਲਿਆ। ਸ਼ਕਤੀ ਕੁੱਟ ਖਾ ਕੇ ਵੀ ਉਸੇ ਤਰ੍ਹਾਂ ਬੋਲੀ ਜਾ ਰਹੀ ਸੀ। ਰਵੀ ਚੁੱਕ ਕੇ ਹੋਰ ਸ਼ਰਾਬ ਪੀਣ ਲੱਗ ਪਿਆ। ਸੁਨੈਣੀ ਨੇ ਬੋਤਲ ਖੋਹ ਕੇ ਭੁੰਜੇ ਪਟਕਾ ਮਾਰੀ ਤੇ ਝਿੜਕ ਕੇ ਰਵੀ ਨੂੰ ਆਖਣ ਲੱਗੀ, ਰਵੀ ਤੁਹਾਨੂੰ ਹੋ ਕੀ ਗਿਆ? ਰਵੀ ਰੋਣ ਲੱਗ ਪਿਆ। ਅੱਛਾ, ਤੂੰ ਤਮਾਸ਼ਾ ਵੇਖਣ ਆ ਗਈ ਹੈ? ਸ਼ਕਤੀ ਨਫ਼ਰਤ ਨਾਲ ਬੋਲੀ। ਬਕਵਾਸ ਬੰਦ ਕਰ, ਰਵੀ ਕੜਕਿਆ। ਰਵੀ, ਸੁਨੈਣੀ ਨੇ ਝਿੜਕਿਆ ਤੇ ਚੁੱਪ ਕਰਕੇ ਬੈਠ ਗਿਆ। ਰਵੀ ਤੁਹਾਨੂੰ ਮੇਰੀ ਕਸਮ ਜੇ ਅੱਗੇ ਤੋਂ ਸ਼ਰਾਬ ਨੂੰ ਹੱਥ ਵੀ ਲਾਇਆ, ਸੁਨੈਣੀ ਨੇ ਆਖਿਆ। ਸੁਨੈਣੀ ਮੈਂ ਬੜਾ ਔਖਾ, ਉਹ ਗਿੜਗਿੜਾਇਆ। ਸੁਨੈਣੀ ਚਲੀ ਗਈ। ਸ਼ਕਤੀ ਹੋਰ ਵੀ ਖਿਝ ਗਈ। ਰਵੀ ਸਾਰੀ ਰਾਤ ਕੋਠੇ ਤੇ ਗੇੜੇ ਕੱਢਦਾ ਰਿਹਾ। ਅਗਲੇ ਦਿਨ ਆਥਣ ਵੇਲੇ ਰਵੀ ਦਾ ਮਨ ਔਖਾ ਹੋਇਆ। ਉਹਦਾ ਸਾਹ ਘੁੱਟਣ ਲੱਗਿਆ। ਉਹਨੂੰ ਸ਼ਰਾਬ ਦਾ ਖਿਆਲ ਆਇਆ। ਤੁਹਾਨੂੰ ਮੇਰੀ ਕਸਮ, ਸੁਨੈਣੀ ਉਹਨੂੰ ਕਹਿੰਦੀ ਸੁਣਾਈ ਦਿੱਤੀ। ਬੱਚਿਆਂ ਦੀ ਰੀਂ-ਰੀਂ, ਸ਼ਕਤੀ ਦੇ ਤਾਨੇ ਮਿਹਣੇ, ਮਾਂ ਜੀ ਦੀਆਂ ਝਿੜਕਾਂ, ਝੰਬਾਂ ਤੋਂ ਘਬਰਾ ਕੇ ਫਿਰ ਕਈ ਵਾਰੀ ਉਹਦਾ ਦਿਲ ਕਰਦਾ ਸ਼ਰਾਬ 'ਚ ਆਪਣੇ ਆਪ ਨੂੰ ਖੋ ਦੇਵੇ। ਇੱਕ ਦੋ ਵਾਰੀ ਗਲਾਸ 'ਚ ਪਾ ਵੀ ਲਈ, ਪਰ ਫਿਰ ਉਹਨੂੰ ਸੁਨੈਣੀ ਯਾਦ ਆ ਜਾਂਦੀ, ਜਿਹੜੀ ਆਂਦੀ ਸੀ, ਰਵੀ ਤੁਹਾਨੂੰ ਮੇਰੀ ਕਸਮ। ਸੁਨੈਣੀ, ਤੂੰ ਮੈਨੂੰ ਆਪਣੀ ਕਸਮ ਕਿਉਂ ਪਾ ਗਈ ਹੈ? ਫਿਰ ਉਹਨੂੰ ਖਿਆਲ ਆਉਂਦਾ, ਜ਼ਿੰਦਗੀ 'ਚ ਕੁਝ ਵੀ ਤੇ ਸੁਨੈਣੀ ਨੇ ਮੇਰੇ ਕੋਲੋਂ ਮੰਗਿਆ ਨਹੀਂ, ਕੁਝ ਵੀ ਤੇ ਮੈਂ ਉਹਨੂੰ ਦੇ ਨਹੀਂ ਸਕਿਆ। ਇੱਕੋ ਗੱਲ ਉਹਨੇ ਆਖੀ ਏ, ਠੀਕ ਹੈ ਸੁਨੈਣੀ, ਮੈਂ ਕਦੇ ਨਹੀਂ ਪੀਆਂਗਾ, ਮੈਂ ਕਦੇ ਨਹੀਂ ਪੀਆਂਗਾ। ਇੱਕ ਰਾਤ ਡਾਢਾ ਔਖਾ ਹੋ ਕੇ ਉਹ ਪੀਣ ਲਈ ਤਿਆਰ ਹੋ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਗਲਾਸ ਫਰਸ਼ ਤੇ ਪਟਕਾ ਮਾਰਿਆ। ਸਾਰੀ ਰਾਤ ਉਹ ਸੌਂ ਨਾ ਸਕਿਆ। ਅੱਧੀ ਰਾਤ ਕੋਠੇ ਤੇ ਗੇੜੇ ਕੱਢਦਿਆਂ ਉਹਨੇ ਤੱਕਿਆ, ਸੁਨੈਣੀ ਦੇ ਕਮਰੇ ਦੀ ਵੀ ਲਾਈਟ ਬਲ ਰਹੀ ਸੀ। ਸੁਨੈਣੀ ਰਾਣੀ, ਸੌਂ ਜਾ, ਬੜੀ ਰਾਤ ਬੀਤ ਗਈ ਏ।
ਤੈਨੂੰ ਵੀ ਨੀਂਦ ਕਿਉਂ ਨਹੀਂ ਆ ਰਹੀ? ਉਹਨੇ ਦਿਲ ਚ ਆਖਿਆ। ਸ਼ਕਤੀ ਗੁਸਲਖਾਨੇ ਚੋਂ ਮੁੜਦੀ ਉਹਨੂੰ ਉੱਧਰ ਤੱਕਦਿਆਂ ਵੇਖ ਘੂਰਦੀ ਕੋਲੋਂ ਦੀ ਲੰਘ ਗਈ। ਅਗਲੇ ਦਿਨ ਸ਼ਕਤੀ ਦਾ ਭਰਾ ਉਹਨੂੰ ਮਿਲਣ ਆਇਆ। ਪਤਾ ਨਹੀਂ ਉਹਦੇ ਕੋਲ ਸ਼ਕਤੀ ਨੇ ਕੀ ਕੁਝ ਆਖਿਆ ਕਿ ਸਾਰਾ ਦਿਨ ਉਹ ਆਫਰਿਆ ਫਿਰਦਾ ਰਿਹਾ ਤੇ ਜਾਣ ਵੇਲੇ ਰਵੀ ਨੂੰ ਆਖਣ ਲੱਗਾ, ਮੈਂ ਆਖਿਆ ਜੀ ਕੁੜੀ ਸਾਡੀ ਸਿੱਟੀ ਹੋਈ ਨਹੀਂ, ਜੇ ਰੱਖਣੀ ਹੈ ਤਾਂ ਚੱਜ ਨਾਲ ਰੱਖੋ, ਨਹੀਂ ਤਾਂ ਮੇਰੇ ਨਾਲ ਤੋਰ ਦਿਓ। ਰਵੀ ਤੋਂ ਕੋਈ ਉੱਤਰ ਨਾ ਸਰਿਆ। ਸ਼ਕਤੀ ਨੂੰ ਹੋਰ ਸ਼ੈ ਮਿਲ ਗਈ। ਦਿਨ ਪਰ ਦਿਨ ਕਲੇਸ਼ ਵੱਧਦਾ ਗਿਆ। ਮਾਂ ਵੀ ਉਹਨੂੰ ਡਾਂਟਦੀ ਰਹਿੰਦੀ। ਕਾਲਜ ਦੇ ਕੰਮਾਂ 'ਚ ਅਣਗਹਿਲੀ ਹੋਣ ਲੱਗ ਪਈ। ਪ੍ਰਿੰਸੀਪਲ ਕੋਲੋਂ ਵੀ ਕਦੇ-ਕਦਾਈ ਝਿੜਕਾਂ ਪੈਣ ਲੱਗੀਆਂ। ਜਮਾਤਾਂ 'ਚ ਵੀ ਬੇਧਿਆਨੇ ਹੋਣ ਕਰਕੇ ਕਈ ਵਾਰੀ ਮੁੰਡੇ ਕੁੜੀਆਂ ਉਹਦਾ ਮਖੌਲ ਉਡਾਉਣ ਲੱਗ ਪਏ। ਡਾਢਾ ਔਖਾ ਹੋ ਕੇ ਕਦੇ-ਕਦੇ ਫੇਰ ਉਹਨੂੰ ਸ਼ਰਾਬ ਦਾ ਖਿਆਲ ਆ ਜਾਂਦਾ, ਪਰ ਸੁਨੈਣੀ ਕਿਤੇ ਨਾਰਾਜ਼ ਨਾ ਹੋ ਜਾਏ, ਉਹ ਇਹ ਸੋਚ ਕੇ ਪੀਂਦਾ ਕਦੇ ਨਾ। ਫਿਰ ਉਹਨੂੰ ਨੀਂਦ ਆਉਣੋਂ ਹਟ ਗਈ। ਬਹੁਤ ਹੀ ਥੱਕ ਟੁੱਟ ਕੇ ਮਸਾਂ ਘੰਟਾ 2 ਘੰਟੇ ਉਹਦੀ ਅੱਖ ਲੱਗਦੀ ਤੇ ਫਿਰ ਉੱਬੜਵਾਏ ਉੱਠ ਬੈਠਦਾ। ਭੁੱਖ ਵੀ ਚੰਗੀ ਤਰ੍ਹਾਂ ਨਾ ਲੱਗਦੀ, ਦਿਮਾਗ ਤੇ ਵੀ ਬੋਝ ਜਿਹਾ ਪਿਆ ਰਹਿੰਦਾ। ਤੇ ਫਿਰ ਇੱਕ ਦਿਨ ਉਹ ਅਬਾ ਤਬਾ ਬੋਲਣ ਲੱਗ ਪਿਆ। ਘਰਦਿਆਂ ਸਮਝਿਆ ਸ਼ਰਾਬ ਪੀ ਲਈਏ, ਪਰ ਜਦੋਂ ਉਹਨੇ ਕਈ ਚੀਜ਼ਾਂ ਭੰਨ ਤੋੜ ਦਿੱਤੀਆਂ, ਆਪਣੇ ਕੱਪੜੇ ਫਾੜ ਲਏ, ਚੀਕ ਕੇ ਆਖਣ ਲੱਗਾ, ਸੁਨੈਣੀ ਤੂੰ ਆਪਣੀ ਸਹੁੰ ਜੋ ਖਵਾਈਏ, ਮੈਂ ਸ਼ਰਾਬ ਕਦੀ ਨਹੀਂ ਪੀਆਂਗਾ। ਸੁਨੈਣੀ ਮੈਂ ਔਖਾ, ਸੁਨੈਣੀ ਤੂੰ ਮੇਰੇ ਨਾਲ ਬੋਲਦੀ ਨਹੀਂ, ਮੈਂ ਮਰ ਜਾਵਾਂਗਾ ਸੁਨੈਣੀ। ਫਿਰ ਮਾਂ ਉਹਦੀ ਨੂੰ ਫਿਕਰ ਲੱਗਾ, ਕਿਉਂਕਿ ਹੁਣ ਤੇ ਕਦੇ ਉਹਨੇ ਸੁਨੈਣੀ ਦਾ ਨਾਂ ਤੱਕ ਨਹੀਂ ਸੀ ਲਿਆ। ਡਾਕਟਰ ਬੁਲਾਇਆ ਗਿਆ। ਉਹ ਕਹਿ ਗਿਆ ਦਿਮਾਗ 'ਚ ਫਰਕ ਆ ਗਿਆ। ਘਰ 'ਚ ਧੂਆਂ ਸੱਥਰ ਪੈ ਗਿਆ। ਮਾਂ ਦਾ ਇਕੱਲਾ ਕਮਾਊ ਪੁੱਤ ਨਕਾਰਾ ਹੋ ਗਿਆ ਸੀ। ਬੈਂਕ 'ਚ ਜਿੰਨੇ ਥੋੜੇ ਬਹੁਤੇ ਪੈਸੇ ਸੀ, ਉਹਨਾਂ ਵਿੱਚੋਂ ਚੋਖੇ ਉਹਨੇ ਸ਼ਰਾਬ ਤੇ ਬਰਬਾਦ ਕਰ ਦਿੱਤੇ ਸਨ। 5-6 ਮਹੀਨਿਆਂ ਮਗਰੋਂ ਧੀ ਉਹਦੀ ਨੂੰ ਅੰਗਰੇਜ਼ੀ ਸਕੂਲ 'ਚੋਂ ਹਟਾ ਕੇ ਸਰਕਾਰੀ ਸਕੂਲ 'ਚ ਲਾਉਣਾ ਪਿਆ। ਮਾਲੀ ਹਟਾ ਦਿੱਤਾ ਗਿਆ। ਫਲ, ਮੱਖਣ, ਅੰਡੇ, ਦੁੱਧ ਬਹੁਤ ਘਟਾ ਦਿੱਤੇ। ਰੇਡੀਓ ਤੇ ਪੱਖੇ ਚਲਾਉਣੇ ਬੰਦ ਕਰ ਦਿੱਤੇ, ਪਰ ਪੈਸਿਆਂ ਵੱਲੋਂ ਫੇਰ ਵੀ ਔਖ ਹੀ ਰਹਿੰਦੀ। ਸ਼ਕਤੀ ਦਾ ਭਰਾ ਖਬਰ ਸੁਣ ਕੇ ਆਇਆ, ਪਰ ਜਾਣ ਲੱਗਿਆ ਆਖਣ ਲੱਗਾ, ਬੀਬੀ ਕਿਹੜਾ 1-2 ਮਹੀਨਿਆਂ ਦੀ ਗੱਲ ਏ ਵੀ ਔਖੇ ਸੌਖੇ ਘਟਾ ਦੇਈਏ, ਇਹ ਤਾਂ ਸਾਲਾਂ ਦੀਆਂ ਗੱਲਾਂ ਨੇ। ਆਪਣੇ ਘਰ ਹੀ ਔਖੀ ਸੌਖੀ ਦਿਨ ਕੱਟ। ਹਾਂ, ਔਖੇ ਸੌਖੇ 20-30 ਰੁਪਏ ਕਹੇ ਤਾਂ ਭੇਜ ਦਿਆ ਕਰਾਂਗਾ। ਸ਼ਕਤੀ ਰੋ ਕੇ ਚੁੱਪ ਕਰ ਗਈ। ਸੁਨੈਣੀ ਨੇ ਜਦੋਂ ਰਵੀ ਦੇ ਬਿਮਾਰ ਹੋਣ ਦੀ ਖਬਰ ਸੁਣੀ ਤਾਂ ਇੱਕ ਲਾਟ ਉਹਦੇ ਜਿਸਮ 'ਚ ਫਿਰ ਗਈ। ਉਸ ਦਿਨ ਉਹਨੂੰ ਬੜਾ ਸਖਤ ਦਿਲ ਦਾ ਦੌਰਾ ਪੈ ਗਿਆ। ਮਸਾਂ ਬਚੀ। ਠੀਕ ਹੋਣ ਤੇ ਦਿਨ ਭਰ ਤਾਂ ਉਹ ਕੰਮ 'ਚ ਲੱਗੀ ਰਹਿੰਦੀ, ਪਰ ਰਾਤ ਨੂੰ ਡਾਢੀ ਬੇਚੈਨ ਹੋ ਜਾਂਦੀ। ਕਈ ਵਾਰੀ ਨਿੱਕੀ ਗੱਲ ਤੋਂ ਰੋ ਪੈਂਦੀ। ਕਿਧਰੇ ਉਹਦਾ ਦਿਲ ਨਾ ਲੱਗਦਾ। ਧੀ ਦੀ ਬੇਚੈਨੀ ਦੇਖ ਪਿਓ ਉਹਦੇ ਨੇ 1-2 ਮੁੰਡਿਆਂ ਬਾਰੇ ਘਰ 'ਚ ਗੱਲ ਤੋਰੀ, ਪਰ ਸੁਨੈਣੀ ਨੇ ਉੱਕਾ ਹੀ ਨਾ ਕਰ ਦਿੱਤੀ। ਹਾਰ ਕੇ ਪਿਓ ਉਹਦੇ ਨੇ ਆਪਣੇ ਮਨ ਤੋਂ ਬੋਝ ਲਾਉਣ ਲਈ ਉਹਦੇ ਵਿਆਹ ਜੋਗੇ ਪੈਸੇ ਉਹਦੇ ਨਾਂ ਜਮ੍ਹਾਂ ਕਰਵਾ ਦਿੱਤੇ। ਕਈ ਵਾਰੀ ਰਵੀ ਦੌੜ ਕੇ ਉਹਨਾਂ ਦੀ ਕੋਠੀ ਆ ਵੜਦਾ। ਸੁਨੈਣੀ ਕੋਲ ਚਲੀ ਜਾਂਦੀ, ਪਰ ਉਹਨੂੰ ਪਹਿਚਾਣਦਾ ਤੱਕ ਨਾ ਉਹਦਾ ਕਾਲਜਾ ਮੱਚ ਉੱਠਦਾ। ਇੱਕ ਦਿਨ ਰਵੀ ਸੁਨੈਣੀ ਦੀ ਕੋਠੀ ਦੇ ਫਾਟਕ ਕੋਲ ਲੱਗੇ ਰਾਤ ਦੀ ਰਾਣੀ ਦੇ ਬੂਟੇ ਨੂੰ ਪਲੋਸ ਆਖ ਰਿਹਾ ਸੀ, ਸੁਨੈਣੀ ਤੂੰ ਰੋਂਦੀ ਕਿਉਂ ਹੈ? ਤੂੰ ਆਖਿਆ ਸੀ ਨਾ ਮੈਂ ਹੁਣ ਸ਼ਰਾਬ ਕਦੇ ਨਹੀਂ ਪੀਆਂਗਾ। ਤੂੰ ਮੇਰੇ ਨਾਲ ਬੋਲਦੀ ਕਿਉਂ ਨਹੀਂ? ਮੈਂ ਮਰ ਜਾਵਾਂਗਾ ਸੁਨੈਣੀ। ਸੁਨੈਣੀ ਦੀ ਪ੍ਰੈਕਟਿਸ ਕਾਫੀ ਚੱਲ ਪਈ ਸੀ। ਤੋਸ਼ੀ ਉਹਨੂੰ ਕਈ ਵਾਰ ਕਾਰ ਲੈਣ ਨੂੰ ਆਖ ਚੁੱਕੀ ਸੀ। ਕਦੇ ਉਹਨੂੰ ਬਿਨਾਂ ਦੱਸਿਆਂ ਹੀ ਵਧੀਆ ਸਾੜੀਆਂ, ਸੈਂਡਲ, ਸੈਂਟ ਆਦਿ ਖਰੀਦ ਵੀ ਲਿਆ ਦਿੰਦੀ। ਪਰ ਸੁਨੈਣੀ ਨੂੰ ਕਿਸੇ ਵੀ ਚੀਜ਼ 'ਚ ਹੁਣ ਕੋਈ ਦਿਲਚਸਪੀ ਨਹੀਂ ਸੀ। ਰਵੀ ਦਾ ਘਰ ਵੀਰਾਨ ਹੋ ਗਿਆ। ਸ਼ਕਤੀ ਦੇ ਗਹਿਣੇ ਵਿਕ ਗਏ। ਮਾਂ ਜੀ ਦਾ ਧਰਿਆ ਧਰਾਇਆ ਮੁੱਕ ਗਿਆ। ਬੱਚਿਆਂ ਦੇ ਹੁਣ ਮਾਮੂਲੀ ਕੱਪੜੇ ਹੁੰਦੇ। ਬਗੀਚੀ ਸੁੱਕ ਸੜ ਗਈ। ਸੱਸ ਨੂੰਹ ਵਿੱਚ ਵੀ ਕਈ ਵਾਰ ਚੋਖਾ ਝਗੜਾ ਹੋ ਜਾਂਦਾ। ਨੌਕਰ ਹਟਾ ਦਿੱਤਾ ਗਿਆ, ਪਰ ਮਾਲਣ ਦਾ ਕੋਈ ਨਾ ਹੋਣ ਕਰਕੇ ਬਿਨਾਂ ਤਨਖਾਹ ਤੋਂ ਹੀ ਰਹੀ ਜਾ ਰਹੀ ਸੀ। ਬੜੀਆਂ ਸਿਫਾਰਸ਼ਾਂ ਨਾਲ ਸ਼ਕਤੀ ਨੇ ਪ੍ਰਾਈਵੇਟ ਸਕੂਲ 'ਚ 60 ਰੁਪਇਆਂ ਦੀ ਨੌਕਰੀ ਕਰ ਲਈ, ਪਰ ਇਹਦੇ ਨਾਲ ਵੀ ਕੀ ਬਣਦਾ ਸੀ। ਰਵੀ ਦਾ ਇਲਾਜ ਰੁਕ ਗਿਆ। ਉਹਨੂੰ ਬਸ ਇੱਕ ਕਮਰੇ 'ਚ ਡੱਕ ਰੱਖਦੇ। ਕੌਣ ਸਾਰਾ ਦਿਨ ਉਹਦੇ ਪਿੱਛੇ ਫਿਰਦਾ। ਸੁਨੈਣੀ ਤੜਪ ਜਾਂਦੀ ਤੇ ਕਈ ਵਾਰੀ ਸੋਚਦੀ ਮੈਂ ਕੁਝ ਕਰਾਂ। ਡਰਦੀ ਉਹ ਇੱਕ ਦਿਨ ਰਵੀ ਦੀ ਕੋਠੀ ਚਲੀ ਗਈ। ਆ ਗਈ ਹੁਣ? ਕਿਉਂ, ਅਜੇ ਕੋਈ ਕਸਰ ਰਹਿੰਦੀ ਹੈ? ਸ਼ਕਤੀ ਗਰਜੀ। ਮੈਂ ਤੇ ਤੁਹਾਡੀ ਸਗੋਂ ਮਦਦ, ਸਾਨੂੰ ਨਹੀਂ ਲੋੜ ਤੇਰੀ ਮਦਦ ਦੀ। ਖਬਰਦਾਰ ਜੇ ਮੁੜ ਕੇ ਇੱਧਰ ਪੈਰ ਪਾਇਆ, ਇਹ ਸਭ ਤੇਰੀਆਂ ਕਰਨੀਆਂ ਹੀ ਭਰਦੇ ਆ। ਸ਼ਕਤੀ ਗੱਲ ਢੋਕ ਕੇ ਬੋਲੀ। ਨਿਰਾਸ਼ ਮਨ ਦੇ ਕਦਮ ਪੁੱਟਦੀ ਭਰੀਆਂ ਅੱਖਾਂ ਨਾਲ ਸੁਨੈਣੀ ਮੁੜ ਰਹੀ ਸੀ। ਬਾਰੀ ਦੀਆਂ ਸੀਖਾਂ 'ਚੋਂ ਤੱਕਦਾ ਰਵੀ ਉੱਚੀ ਹੱਸ ਪਿਆ। ਸੁਨੈਣੀ ਉਹਦੇ ਕੋਲ ਚਲੀ ਗਈ। ਅਜੇ ਕੋਈ ਕਸਰ ਰਹਿੰਦੀ ਏ? ਸ਼ਕਤੀ ਚੀਖੀ। ਸੁਨੈਣੀ ਤਰਬ ਕੇ ਪਿੱਛੇ ਹਟ ਗਈ ਤੇ ਘਰ ਵੱਲ ਤੁਰ ਪਈ। ਸਾਰਾ ਦਿਨ ਉਹਦੇ ਹੱਡ ਪੈਰ ਟੁੱਟਦੇ ਰਹੇ। ਦਿਨ ਭਰ ਉਹ ਕੰਮ ਕਰਦੀ ਰਹੀ ਤੇ ਰਾਤ ਨੂੰ ਵੀ ਬਿਨਾਂ ਕੁਝ ਖਾਧਿਆਂ ਪੀਤਿਆਂ ਡਿਊਟੀ ਤੇ ਹਸਪਤਾਲ ਚਲੀ ਗਈ।
ਅਨੇਕਾਂ ਪਾਗਲਖਾਨਿਆਂ 'ਚ ਉਹ ਭੌਂ ਗਈ। ਅਨੇਕਾਂ ਡਾਕਟਰਾਂ ਦੀ ਉਹਨੇ ਸਲਾਹ ਲਈ। ਅਨੇਕਾਂ ਕਿਤਾਬਾਂ ਉਹਨੇ ਪਾਗਲਪਨ ਦੇ ਇਲਾਜ ਸੰਬੰਧੀ ਪੜ੍ਹੀਆਂ। ਉਹ ਡਾਕਟਰ ਹੋ ਕੇ ਆਪਣੇ ਰਵੀ ਲਈ ਕੁਛ ਨਾ ਕਰ ਸਕੇ। ਇਸ ਗੱਲ ਦਾ ਦੁੱਖ ਉਹਨੂੰ ਨਪੀੜੀ ਜਾ ਰਿਹਾ ਸੀ। ਚੋਖੀ ਫੀਸ ਦੇ ਕੇ ਇੱਕ ਡਾਕਟਰ ਉਹਨੇ ਰਵੀ ਨੂੰ ਦਿਖਾਉਣ ਲਈ ਬਾਹਰੋਂ ਸੱਦਿਆ। ਉਹਨੂੰ ਨਾਲ ਲੈ ਰਵੀ ਦੀ ਕੋਠੀ ਚਲੀ ਗਈ। ਕਿਉਂ, ਹੁਣ ਇਹਨੂੰ ਮਰਾਉਣਾ ਹੈ? ਜਾ, ਸਾਨੂੰ ਨਹੀਂ ਤੇਰੇ ਇਲਾਜ ਦੀ ਲੋੜ। ਸ਼ਕਤੀ ਝਿੜਕ ਕੇ ਪਈ। ਡਾਕਟਰ ਹੈਰਾਨੀ ਨਾਲ ਸੁਨੈਣੀ ਦੇ ਮੂੰਹ ਵੱਲ ਤੱਕਣ ਲੱਗਾ। ਨਿਰਾਸ਼ ਹੋ ਮੁੜ ਪਈ। ਰਸਤੇ 'ਚ ਉਹਨੂੰ ਰਵੀ ਦੀ ਧੀ ਸਕੂਲੋਂ ਆਉਂਦੀ ਟੱਕਰੀ ਤੇ ਬੋਲੀ, ਆਂਟੀ ਤੁਸੀਂ ਲੋਕਾਂ ਨੂੰ ਦਵਾਈਆਂ ਦਿੰਦੇ ਹੋ, ਮੇਰੇ ਪਾਪਾ ਨੂੰ ਕਿਉਂ ਨਹੀਂ ਠੀਕ ਕਰਦੇ? ਸੁਨੈਣੀ ਦੀਆਂ ਅੱਖਾਂ ਭਰ ਆਈਆਂ। ਇੱਕ ਲਾਟ ਉਹਦੇ ਜਿਸਮ 'ਚ ਫਿਰ ਗਈ। ਉਹ ਬੇਬੀ ਨੂੰ ਪਿਆਰ ਦੇ ਕੇ ਆਖਣ ਲੱਗੀ, ਤੇਰੇ ਪਾਪਾ ਜ਼ਰੂਰ ਠੀਕ ਹੋ ਜਾਣਗੇ ਰਾਣੀ। ਫਿਰ ਕਿੰਨਾ ਚਿਰ ਲੰਘ ਗਿਆ। ਕਦੇ ਕਦੇ ਰਵੀ ਦੀ ਆਵਾਜ਼ ਉਹਨੂੰ ਸੁਣ ਪੈਂਦੀ। ਫਿਰ ਇੱਕ ਦਿਨ ਮਾਲਣ ਉਹਨੂੰ ਸੜਕ ਤੇ ਟੱਕਰ ਪਈ। ਸੁਨੈਣੀ ਉਹ ਤੋਂ ਰਵੀ ਦਾ ਹਾਲ ਪੁੱਛਣ ਲੱਗੀ। ਕੀ ਦੱਸਾਂ ਧੀਏ, ਮੂੰਹੋਂ ਕਹਿਣ ਨੂੰ ਕਿਹੜਾ ਜੀ ਕਰਦਾ, ਪਰ ਹੁਣ ਨਹੀਂ ਵਿਚਾਰਾ ਬਹੁਤਾ ਚਿਰ ਕਟਾਉਂਦਾ। ਸੁੱਕੀਆਂ ਰੋਟੀਆਂ ਹੁੰਦੀਆਂ ਨੇ, ਉਹ ਵੀ ਕਦੇ ਭੋਰਾ ਖਾਂਦਾ ਹੈ, ਕਦੇ ਨਹੀਂ। 60 ਰੁਪਇਆ ਨਾਲ ਭਲਾ ਕੀ ਬਣਦਾ? ਮੈਂ ਵੀ ਕਿਸੇ ਦੇ ਘਰ ਨੌਕਰੀ ਕਰ ਲਈਏ, ਸੋਚਿਆ ਮਨਾ। ਸਾਰੀ ਉਮਰ ਇਹਨਾਂ ਦਾ ਖਾਧਾ, ਜੇ ਔਖੇ ਵੇਲੇ ਕੰਮ ਨਾ ਆਏ ਤਾਂ ਉਹ ਬੰਦਾ ਹੀ ਕਾਹਦਾ? ਵਿਲੂ ਵਿਲੂ ਕਰਦੇ ਜਵਾਕ ਮੈਥੋਂ ਤਾਂ ਦੇਖੇ ਕਿਹੜਾ ਜਾਂਦੇ ਨੇ। ਬਹੂ ਦਾ ਤਾਂ ਜ਼ੋਰ ਬਸ ਉਹਨਾਂ ਨੂੰ ਕੁੱਟਣ ਤੇ ਹੀ ਹੈ। ਮਾਂ ਜੀ ਨੇ ਆਡਰ ਰੋ ਕੇ ਅੱਖਾਂ ਗਾਲ ਲਈਆਂ ਨੇ। ਗੱਲਾਂ ਸੁਣ ਸੁਨੈਣੀ ਦਾ ਜੀ ਡਾਢਾ ਖਰਾਬ ਹੋਇਆ। ਅਗਲੇ ਦਿਨ ਉਹ ਨੋਟਾਂ ਦਾ ਪਰਸ ਭਰ ਕੇ ਉਹਨਾਂ ਦੀ ਕੋਠੀ ਗਈ ਤੇ ਰਵੀ ਦੀ ਧੀ ਨੂੰ ਫੜਾ ਕੇ ਮੁੜਨ ਹੀ ਲੱਗੀ ਸੀ, ਉੱਪਰੋਂ ਸ਼ਕਤੀ ਆ ਗਈ। ਉਹਨੇ ਬੇਬੀ ਤੋਂ ਪਰਸ ਖੋਲਿਆ, ਵਿੱਚ ਨੋਟ ਦੇਖ ਅੱਗ ਭਬੂਕਾ ਹੋ ਕੇ ਬੋਲੀ, ਅਸੀਂ ਮੰਗਦੇ ਨਹੀਂ, ਇਹ ਚਾਲਾਂ ਹੋਰ ਕਿਸੇ ਨੂੰ ਜਾ ਕੇ ਦਿਖਾਈ। ਪੈਸਿਆਂ ਨਾਲ ਨਹੀਂ ਤੂੰ ਇੱਥੇ ਆ ਸਕਦੀ। ਪਰਸ ਉਹਨੇ ਸੁਨੈਣੀ ਦੇ ਪੈਰਾਂ 'ਚ ਵਗਾ ਮਾਰਿਆ। ਸੁਨੈਣੀ ਨੇ ਤਰਲੇ ਨਾਲ ਉਹਦੇ ਵੱਲ ਦੇਖਿਆ, ਪਰ ਸ਼ਕਤੀ ਦੀਆਂ ਅੱਖਾਂ 'ਚ ਅੱਗ ਬਲ ਰਹੀ ਸੀ, ਜਿਹਦੇ ਨਾਲ ਸੁਨੈਣੀ ਦੀ ਆਤਮਾ ਲੁੱਠੀ ਗਈ ਤੇ ਉਹ ਹੌਕਾ ਭਰ ਕੇ ਮੁੜ ਆਈ। ਧੀਏ, ਕਾਹਨੂੰ ਬਾਰ-ਬਾਰ ਬੇਮਾਨੀ ਕਰਵਾਉਂਦੀ ਏ? ਉਹਦੀ ਤਾਂ ਚੰਦਰੇ ਦੀ ਕਿਸਮਤ ਹੀ ਮਾੜੀ ਸੀ, ਭਾਣਾ ਮੰਨ ਕੇ ਘਰ ਬੈਠ। ਮਾਲਣ ਨੇ ਹੌਲੀ ਦੇ ਕੇ ਉਹਨੂੰ ਆਖਿਆ। ਸੁਨੈਣੀ ਰੋ ਕੇ ਮੁੜ ਆਈ। ਕੁਛ ਹੀ ਦਿਨਾਂ ਮਗਰੋਂ ਇੰਸ਼ੋਰੈਂਸ ਦਾ ਇੱਕ ਬੰਦਾ ਉਹਨਾਂ ਦੇ ਘਰ ਆਇਆ। ਸ਼ਕਤੀ ਨੂੰ ਆਖਣ ਲੱਗਿਆ, ਜੀ ਤੁਸੀਂ ਮੈਨੂੰ ਖਬਰ ਹੀ ਨਹੀਂ ਕੀਤੀ। ਆਪ ਹੀ ਮੈਨੂੰ ਪਤਾ ਲੱਗਿਆ ਵੀ ਇਹਨਾਂ ਦਾ ਇੱਕ ਬੀਮਾ। ਮੈਨੂੰ ਤਾਂ ਪਤਾ ਨਹੀਂ ਵੀ ਕੋਈ ਕਿਸੇ ਕਿਸਮ ਦਾ ਕਾਗਜ਼ ਪੱਤਰ ਵੀ ਘਰੋਂ ਨਹੀਂ ਮਿਲਿਆ। ਕਿੰਨਾ? ਸ਼ਕਤੀ ਨੇ ਉਤਾਵਲੀ ਹੋ ਕੇ ਪੁੱਛਿਆ। 20,000 ਉਹ ਬੋਲਿਆ। 20,000? ਸ਼ਕਤੀ ਹੈਰਾਨ ਹੋ ਗਈ। ਅੱਛਾ, ਫਿਰ ਪੈਸੇ ਕਦੋਂ ਕੁ ਤੱਕ ਮਿਲ ਸਕਦੇ? ਇਹਨਾਂ ਨੇ ਪੁੱਛਿਆ। ਤੁਸੀਂ ਫਾਰਮ ਭਰੋ, ਪੈਸੇ ਤੁਹਾਨੂੰ ਕੱਲ ਹੀ ਮਿਲ ਜਾਣਗੇ। ਫਾਰਮ ਭਰਦੀ ਸ਼ਕਤੀ ਸੋਚਣ ਲੱਗੀ, 10,000 ਨੂੰ ਨਾਲ ਦੀ ਕੋਠੀ ਵਿਕਦੀ ਏ, ਉਹ ਖਰੀਦ ਲਵਾਂਗੇ। 100 ਰੁਪਈਆ ਮਹੀਨਾ ਉਹਦਾ ਕਿਰਾਇਆ ਆ ਜਾਇਆ ਕਰੂ। 5,000 10 ਸਾਲਾਂ ਲਈ ਜਮ੍ਹਾਂ ਕਰਵਾ ਦਿਆਂਗੇ। ਬੇਬੀ ਦੇ ਵਿਆਹ ਵੇਲੇ ਨੂੰ ਡੇਢਾ ਹੋ ਜਾਊਗਾ ਤੇ 5,000 ਬੱਚਿਆਂ ਦੀ ਪੜ੍ਹਾਈ ਨਹੀਂ, ਇਹਨਾਂ ਦੇ ਇਲਾਜ ਤੇ ਲਾਵਾਂਗੇ। ਜੇ ਠੀਕ ਹੋ ਗਏ ਹੋਰ ਕਮਾ ਲੈਣਗੇ। ਇਹ ਵੀ ਤੇ ਇਹਨਾਂ ਦਾ ਹੀ ਪੈਸਾ ਹੈ। ਅਗਲੇ ਦਿਨ ਰੁਪਇਆ ਸ਼ਕਤੀ ਨੂੰ ਮਿਲ ਗਿਆ ਤੇ ਰਸੀਦ ਸੁਨੈਣੀ ਨੂੰ। ਉਸ ਰਾਤ ਸੁਨੈਣੀ ਬੜੀ ਸ਼ਾਂਤੀ ਨਾਲ ਸੁੱਤੀ ਪਈ ਸੀ। ਦੁੱਧ ਫੜਾਉਣ ਲਈ ਆਈ ਤੋਸ਼ੀ ਨੇ ਉਹਨੂੰ ਐਡੀ ਗਾੜੀ ਨੀਂਦ ਤੋਂ ਜਗਾਉਣਾ ਠੀਕ ਨਾ ਸਮਝਿਆ। ਉਹਨੂੰ ਇਉਂ ਲੱਗਿਆ ਜਿਵੇਂ ਅੰਤਾਂ ਦੀ ਪੀੜ ਮਗਰੋਂ ਮਾਰਫੀਏ ਦੇ ਸੂਏ ਨਾਲ ਮਰੀਜ਼ ਸ਼ਾਂਤ ਹੋ ਕੇ ਸੌਂ ਜਾਂਦਾ ਹੈ। ਦੀਦੀ ਉਸੇ ਤਰ੍ਹਾਂ ਸੁੱਤੀ ਪਈ ਸੀ। ਅਗਲੇ ਦਿਨ ਸੁਨੈਣੀ ਅੱਗੇ ਨਾਲੋਂ ਕਾਫੀ ਖੁਸ਼ ਦਿਸ ਰਹੀ ਸੀ, ਜਿਸ ਕਰਕੇ ਤੋਸ਼ੀ ਜ਼ਿੱਦ ਕਰਕੇ ਉਹਨੂੰ ਸਿਨੇਮੇ ਲੈ ਗਈ। ਸਿਨੇਮਾ ਖਤਮ ਹੋਇਆ। ਲਾਈਟਾਂ ਬਲਣ ਤੇ ਸੁਨੈਣੀ ਆਪਣੇ ਖਿਆਲਾਂ 'ਚੋਂ ਚੌਂਕੀ। ਦੀਦੀ ਪਿਕਚਰ ਕਿਹੋ ਜਿਹੀ ਲੱਗੀ? ਤੋਸ਼ੀ ਨੇ ਪੁੱਛਿਆ। ਪਿਕਚਰ ਸੋਹਣੀ ਹੋਣੀ ਹੈ, ਸੁਨੈਣੀ ਬੋਲੀ। ਤੋਸ਼ੀ ਤੇ ਉਹਦੀਆਂ ਸਹੇਲੀਆਂ ਇਹ ਉੱਤਰ ਸੁਣ ਖਿੜਖਿੜਾ ਕੇ ਹੱਸ ਪਈਆਂ। ਸੁਨੈਣੀ ਵੀ ਮੁਸਕਰਾ ਪਈ। ਕੁਛ ਹੀ ਦਿਨਾਂ ਮਗਰੋਂ ਸ਼ਕਤੀ ਡਾਕਟਰ ਮਹਿਤੇ ਨੂੰ ਰਵੀ ਨੂੰ ਦਿਖਾਉਣ ਲੈ ਗਈ। ਸੁਨੈਣੀ ਨੇ ਆਨੀ ਬਹਾਨੀ ਨਾਂ ਥਾਂ ਛੁਪਾ ਕੇ ਰਵੀ ਦੀ ਜ਼ਿੰਦਗੀ ਬਾਰੇ ਲੋੜੀਂਦਾ ਸਭ ਕੁਝ ਡਾਕਟਰ ਮਹਿਤੇ ਨੂੰ ਦੱਸ ਦਿੱਤਾ। ਬੜਾ ਅੱਛਾ ਲੜਕਾ ਸੀ ਡਾਕਟਰ ਸਾਹਿਬ, ਸਾਡਾ ਤੇ ਗੁਆਂਢੀ ਹੈ। ਸੋਚਿਆ ਇਹ ਗੱਲਾਂ ਜਿੰਨੀਆਂ ਕਿ ਮੈਨੂੰ ਪਤਾ ਹੈ ਤੁਹਾਨੂੰ ਦੱਸ ਦੇਵਾਂ, ਜੇ ਭਲਾ ਕਿਤੇ ਵਿਚਾਰਾ ਠੀਕ ਹੀ ਹੋ ਜਾਏ, ਸੁਨੈਣੀ ਨੇ ਡਾਕਟਰ ਮਹਿਤੇ ਨੂੰ ਆਖਿਆ। ਡਾਕਟਰ ਮਹਿਤੇ ਨੇ ਇਲਾਜ ਸ਼ੁਰੂ ਕਰਤਾ। ਕਈ ਵਾਰੀ ਰਵੀ ਬਾਰੇ ਕੁਝ ਪੁੱਛਣ ਲਈ ਜਦੋਂ ਉਹ ਸੁਨੈਣੀ ਕੋਲ ਆਉਂਦਾ ਤਾਂ ਉਹ ਪਾਗਲਪਨ ਬਾਰੇ ਹੋਈਆਂ ਖੋਜਾਂ, ਮਨੋਵਿਗਿਆਨਿਕ ਇਲਾਜ ਦੇ ਢੰਗਾਂ ਬਾਰੇ ਛਪੇ ਲੇਖ ਉਹਨੂੰ ਦੱਸਦੀ ਰਹਿੰਦੀ। ਉਹ ਸੋਚਦਾ ਬੜੀ ਲਾਇਕ ਕੁੜੀ ਏ। ਸੁਨੈਣੀ ਬਾਹਰਲੇ ਮੁਲਕਾਂ ਦੇ ਡਾਕਟਰਾਂ ਨੂੰ ਵੀ ਚਿੱਠੀਆਂ ਲਿਖ ਲੈ ਕੇ ਇਲਾਜ ਪੁੱਛਦੀ ਰਹਿੰਦੀ। ਜਵਾਬ ਡਾਕਟਰ ਮਹਿਤੇ ਨੂੰ ਦਿਖਾ ਦਿੰਦੀ ਤਾਂ ਜੋ ਉਹ ਵੀ ਰਵੀ ਦੇ ਇਲਾਜ ਕੰਮ ਆ ਸਕਣ। ਸੁਨੈਣੀ ਦੀ ਲਗਨ ਦੇਖ ਡਾਕਟਰ ਵੀ ਇਸ ਕੰਮ 'ਚ ਖਾਸ ਦਿਲਚਸਪੀ ਲੈਣ ਲੱਗ ਪਿਆ। ਜੇ ਉਹ ਕਾਮਯਾਬ ਹੋ ਗਿਆ, ਸੁਨੈਣੀ ਸਾਰੀ ਉਮਰ ਉਹਦੀ ਲਾਇਕੀ ਨੂੰ ਮੰਨਦੀ ਰਹੇਗੀ, ਉਹ ਸੋਚਦਾ। 3 ਕੁ ਮਹੀਨਿਆਂ ਮਗਰੋਂ ਡਾਕਟਰ ਮਹਿਤੇ ਨੇ ਇੱਕ ਦਿਨ ਬੜੇ ਚਾਅ ਨਾਲ ਸੁਨੈਣੀ ਨੂੰ ਦੱਸਿਆ ਕਿ ਹੁਣ ਰਵੀ ਨੂੰ ਨੀਂਦ ਕਾਫੀ ਆਉਣ ਲੱਗ ਪਈ ਹੈ।
ਹੌਲੀ-ਹੌਲੀ ਉਹ ਅਵਾ-ਤਵਾ ਬੋਲਣ ਤੋਂ ਵੀ ਹਟ ਗਿਆ, ਬਸ ਇੱਕੋ ਚੁੱਪ ਸੀ। ਸੁਨੈਣੀ ਦੇ ਕਦਮਾਂ 'ਚ ਫੁਰਤੀ ਆ ਗਈ, ਉਹਦੀਆਂ ਜ਼ਿੰਦਗੀ ਵਿੱਚ ਦਿਲਚਸਪੀਆਂ ਮੁੜ ਆਈਆਂ। ਉਹਨੂੰ ਕੰਮ ਪਿਆਰਾ ਲੱਗਣ ਲੱਗ ਪਿਆ। ਉਹਦਾ ਅਰਦਾਸ 'ਚ ਵਿਸ਼ਵਾਸ ਵਧਣ ਲੱਗਿਆ। 6 ਮਹੀਨੇ ਮਗਰੋਂ ਮਹਿਤੇ ਨੇ ਬੜੀ ਖੁਸ਼ੀ ਨਾਲ ਦੱਸਿਆ ਕਿ ਰਵੀ ਦੀ ਸੁਰਤ ਮੁੜ ਆਈ ਏ। ਉਹ ਸੁਨੈਣੀ ਨੂੰ ਆਖਿਆ, ਚਲੋ ਅੱਜ ਤੁਹਾਨੂੰ ਦਿਖਾ ਲਿਆਵਾਂ। ਉਹਦੇ ਇਲਾਜ ਵਿੱਚ ਤਾਂ ਤੁਸੀਂ ਮੇਰੀ ਬੜੀ ਮਦਦ ਕੀਤੀ ਏ। ਉਹਦਾ ਡਾਢਾ ਦਿਲ ਕੀਤਾ ਕਿ ਕਦੇ ਉਹ ਰਵੀ ਕੋਲ ਜਾ ਸਕੇ, ਉਹਨੂੰ ਠੀਕ ਹੋਇਆ ਦੇਖ ਸਕੇ, ਪਰ ਫਿਰ ਸ਼ਕਤੀ ਦਾ ਖਿਆਲ ਆ ਗਿਆ। ਉਹਨੇ ਕਸੀਸ ਵੱਢ ਕੇ ਡਾਕਟਰ ਮਹਿਤੇ ਨੂੰ ਆਖ ਦਿੱਤਾ ਕਿ ਕਦੇ ਫੇਰ ਚੱਲਾਂਗੇ। ਸਾਰੀ ਰਾਤ ਉਹ ਬੇਚੈਨ ਗੇੜੇ ਕੱਢਦੀ ਰਹੀ ਤੇ ਸੋਚਦੀ ਰਹੀ, ਰਵੀ ਕਹਿੰਦੇ ਨੇ ਅੱਖਾਂ ਤੋਂ ਪਰੇ ਬੰਦਾ ਮਨ ਤੋਂ ਪਰੇ ਹੋ ਜਾਂਦਾ ਹੈ। ਜੇ ਕਿਵੇਂ ਤੂੰ ਮੈਨੂੰ ਭੁੱਲ ਕੇ ਰਹਿ ਸਕੇ। ਤੇ ਅਗਲੇ ਦਿਨ ਉਹ ਵੱਡੇ ਡਾਕਟਰ ਸਾਹਿਬ ਨੂੰ ਮਿਲੀ ਤੇ ਆਖਣ ਲੱਗੀ, ਡਾਕਟਰ ਸਾਹਿਬ, ਉਸ ਦਿਨ ਤੁਸੀਂ ਜ਼ਿਕਰ ਕਰਦੇ ਸੀ ਕਿ ਨਾਰਨੌਲ ਜਾਣ ਲਈ ਕੋਈ ਵੀ ਤਿਆਰ ਨਹੀਂ। ਮੈਂ ਤਿਆਰ ਹਾਂ, ਮੈਨੂੰ ਭੇਜ ਦਿਓ। वेरी गुड, खुशी से, अगर कहें तो आज ही ऑर्डर कर दूं? वो बोले, जी हाँ शुक्रिया, आख सुनैनी बेचैनी नाल उत्थों तुर पई। तीजे दिन ही समान बन्निया गया, तैयारी हो गई। कई लोग मिनिस्टर कोल सिफारिश करके बदली रुकवाउण लई उहनूं पुछण आए। नहीं, बदली मैं आप ही करवाई है, आखो। ਉਹਨੇ ਧੰਨਵਾਦ ਕਰਕੇ ਮੋੜ ਦਿੱਤੇ। ਸਵੇਰੇ ਉਹਨੇ ਚਲੇ ਜਾਣਾ ਸੀ। ਰਾਤ ਨੂੰ ਕਿੰਨੀ ਵਾਰੀ ਉਹ ਰਵੀ ਦੀ ਕੋਠੀ ਵੱਲ ਮੁੜ-ਮੁੜ ਤੱਕਦੀ ਰਹੀ ਕਿ ਕਿਧਰੇ ਰਵੀ ਦੇਸੀ ਪਵੇ। ਅਗਲੇ ਦਿਨ ਘਰ ਛੱਡਣ ਲੱਗਿਆ ਉਹਦਾ ਕਾਲਜਾ ਖੁੱਸਿਆ। ਦੁੱਖਾਂ ਸੁੱਖਾਂ ਦੇ ਇੰਨੇ ਵਰੇ ਉਹਨੇ ਇੱਥੇ ਲੰਘਾਏ ਸੀ। ਘਰ ਦੀ ਇੱਕ ਚੀਜ਼ ਰੋ ਕੇ ਉਹਨੂੰ ਰੁਕ ਜਾਣ ਲਈ ਤਰਲਾ ਕਰਦੀ ਦਿਸੀ। ਉਹਨੇ ਭਰੇ ਦਿਲ ਨਾਲ ਸਭੇ ਚੀਜ਼ਾਂ ਵੱਲ ਤੱਕਿਆ। ਗੁਲਾਬ ਦੇ ਫੁੱਲ ਹਵਾ 'ਚ ਹਿੱਲ ਉਹਨੂੰ ਕੁਝ ਕਹਿੰਦੇ ਦਿਸੇ। ਕੋਲੋਂ ਲੰਘਦਿਆਂ ਇੱਕ ਬੂਟੇ ਦੇ ਕੰਡਿਆਂ 'ਚ ਉਹਦੀ ਚੁੰਨੀ ਅੜ ਗਈ। ਚੁੰਨੀ ਛੁਡਾਉਂਦਿਆਂ ਉਹਨੂੰ ਲੱਗਿਆ ਜਿਵੇਂ ਇਹ ਬੂਟਾ ਉਹਦੇ ਪੱਲੂ ਫੜ ਰੋਕ ਰਿਹਾ। ਫਿਰ ਉਹਦਾ ਦਿਲ ਕੀਤਾ ਇੱਕ ਬੂਟਾ, ਬਸ ਇੱਕੋ ਬੂਟਾ ਉਹ ਯਾਦ ਵਜੋਂ ਲੈ ਜਾਏ। ਬੇਧਿਆਨੀ ਉਹਨੇ ਇੱਕ ਗੁਲਾਬ ਦੇ ਬੂਟੇ ਨੂੰ ਦੋਹਾਂ ਹੱਥਾਂ ਨਾਲ ਪੁੱਟਣਾ ਸ਼ੁਰੂ ਕੀਤਾ। ਬੂਟਾ ਤੇ ਨਾ ਪੱਟਿਆ ਗਿਆ, ਪਰ ਕੰਡਿਆਂ ਨਾਲ ਉਹਦੇ ਹੱਥ ਲਹੂ ਲੁਹਾਨ ਹੋ ਗਏ। ਪਤਾ ਨਹੀਂ ਕਿਉਂ ਇਹ ਦਰਦ ਵੀ ਉਹਨੂੰ ਸੁਖਾਵਾਂ ਜਿਹਾ ਲੱਗਿਆ। ਹੱਥ ਸ਼ਾਲ 'ਚ ਲੁਕਾ, ਕਦੇ ਆਪਣੀ ਕੋਠੀ, ਕਦੀ ਫੁੱਲਾਂ ਤੇ ਕਦੇ ਰਵੀ ਦੇ ਵਿਹੜੇ ਵੱਲ ਵੈਰਾਗੀ ਨੈਣਾ ਨਾਲ ਤੱਕਦੀ। ਉਸ ਘਰ ਨੂੰ ਅਲਵਿਦਾ ਕਹਿ ਕੇ ਜਾ ਰਹੀ ਸੀ। ਮਾਂ ਪਿਓ ਉਹਦੇ ਨਾਲ ਚੱਲੇ ਸਨ ਤੇ ਤੋਸ਼ੀ ਨੂੰ ਕਿਸੇ ਹੋਸਟਲ 'ਚ ਭੇਜ ਦਿੱਤਾ ਸੀ। ਰਵੀ ਠੀਕ ਹੋ ਗਿਆ। ਮਾਂ ਉਹਦੀ ਤੋਂ ਸ਼ਕਤੀ ਡਰਦਿਆਂ ਉੱਚਾ ਬੋਲ ਵੀ ਨਾ ਬੋਲਦੀਆਂ। ਉਹਦੀਆਂ ਦਵਾਈਆਂ, ਉਹਦੀ ਖੁਰਾਕ ਦਾ ਖਾਸ ਖਿਆਲ ਰੱਖਿਆ ਜਾਂਦਾ। ਠੀਕ ਹੋਣ ਤੋਂ ਪਿੱਛੋਂ ਸ਼ਕਤੀ ਨੇ ਵੇਖਿਆ ਰਵੀ ਸਵੇਰੇ ਸ਼ਾਮ ਕਿੰਨਾ ਚਿਰ ਬਾਹਰ ਸੜਕ ਵੱਲ ਤੱਕਦਾ ਰਹਿੰਦਾ। ਸ਼ਾਇਦ ਇਹੀ ਸੁਨੈਣਾ ਦੇ ਹਸਪਤਾਲ ਜਾਣ ਤੇ ਆਉਣ ਦਾ ਵਕਤ ਹੋਵੇ। ਕਿੰਨੇ ਦਿਨ ਤੱਕ ਇੱਕ ਦਿਨ ਨਿਰਾਸ਼ ਹੋ ਸ਼ਕਤੀ ਦੇ ਮੂੰਹ ਵੱਲ ਤੱਕਣ ਲੱਗ ਪਿਆ, ਜਿਵੇਂ ਪੁੱਛਣਾ ਚਾਹੁੰਦਾ ਹੋਵੇ। ਸ਼ਕਤੀ ਨੂੰ ਹਰਖ ਚੜਿਆ, ਪਰ ਉਹ ਵਿੱਚੇ ਵਿੱਚ ਪੀ ਗਈ ਤੇ ਸ਼ਾਂਤ ਲਹਿਜੇ 'ਚ ਬੋਲੀ, ਸੁਨੈਣੀ ਦੀ ਬਦਲੀ ਨਾਰਨੌਲ ਦੀ ਹੋ ਗਈ ਹੈ। ਉਸ ਰਾਤ ਇੰਨੇ ਵਰਿਆਂ 'ਚ ਪਹਿਲੀ ਵਾਰੀ ਰਵੀ ਨੇ ਸ਼ਕਤੀ ਨੂੰ ਆਖਿਆ ਕਿ ਮੇਰਾ ਸਿਰ ਦੁਖਦਾ, ਘੁੱਟ ਦੇ। ਫਿਰ ਕਿੰਨੇ ਦਿਨਾਂ ਮਗਰੋਂ ਰਵੀ ਨੇ ਇੱਕ ਦਿਨ ਸ਼ਕਤੀ ਤੋਂ ਪੁੱਛਿਆ, ਇੰਨਾ ਚਿਰ ਮੈਂ ਬਿਮਾਰ ਰਿਹਾ, ਫਿਰ ਘਰ ਦਾ ਖਰਚ ਕਿਵੇਂ ਚੱਲਦਾ ਰਿਹਾ? ਉਹ 20,000 ਤਾਂ ਤੁਹਾਡਾ ਬੀਮੇ ਦਾ ਮਿਲ ਗਿਆ ਸੀ। ਉਹ ਬੋਲੀ, ਬੀਮਾ ਤਾਂ ਅਜੇ ਮੈਂ ਕਰਵਾਇਆ ਹੀ ਨਹੀਂ ਸੀ, ਕਰਵਾਉਣ ਲਈ ਸੋਚਦਾ ਹੀ ਸੀ। ਹੈ, ਪਰ ਉਹ ਪੈਸੇ ਫਿਰ ਸਾਨੂੰ ਕੌਣ ਦੇ ਗਿਆ? ਬੋਲੀ, ਨਹੀਂ ਸ਼ਕਤੀ, ਮੇਰਾ ਤੇ ਕੋਈ ਬੀਮਾ ਨਹੀਂ ਸੀ। ਉਹ ਬੋਲਿਆ। ਸ਼ਕਤੀ ਨੇ ਸੋਚਿਆ ਸ਼ਾਇਦ ਬਿਮਾਰੀ ਕਰਕੇ ਇਹਨਾਂ ਨੂੰ ਭੁੱਲ ਗਿਆ, ਪਰ ਨਾਲ ਹੀ ਉਹਨੂੰ ਖਿਆਲ ਆਇਆ ਉਸ ਦਿਨ ਸੁਨੈਣੀ ਪਰਸ ਵੀ ਤਾਂ ਨੋਟਾਂ ਦਾ ਭਰ ਕੇ ਲਿਆਈ ਸੀ। ਉਹਨੂੰ ਗੁੱਸਾ ਆਉਣ ਲੱਗਿਆ, ਪਰ ਫਿਰ ਉਹਨੇ ਸੋਚਿਆ ਜੇ ਠੀਕ ਹੀ ਇਹ ਸਭ ਕੁਝ ਉਹਦੇ ਪੈਸਿਆਂ ਨਾਲ ਹੋਇਆ ਹੈ ਤਾਂ ਸ਼ੁਕਰਗੁਜ਼ਾਰ ਹੋਣ ਦੀ ਥਾਂ ਮੈਂ ਉਹਨੂੰ ਨਫ਼ਰਤ ਕਰਦੀ ਰਹੀ ਹਾਂ, ਕਿੱਡੀ ਭੈੜੀ ਆ। ਤੇ ਉਹ ਇਉਂ ਸੋਚ ਕਿੰਨੇ ਦਿਨ ਕਲਪਦੀ ਰਹੀ। ਫਿਰ ਉਹਨੂੰ ਕਈ ਵਾਰ ਉਹਦੀਆਂ ਝਿੜਕਾਂ ਖਾ ਕੇ ਕੁਮਲਾਇਆ ਸੁਨੈਣੀ ਦਾ ਲਾਚਾਰ ਮੂੰਹ ਦਿਸਿਆ। ਉਹ ਡਾਢੀ ਬੇਚੈਨ ਹੋਈ। ਉਹਦਾ ਦਿਲ ਕੀਤਾ ਸੁਨੈਣੀ ਤੋਂ ਜਾ ਕੇ ਮਾਫੀ ਮੰਗ ਲਏ। ਹੁਣ ਜਦੋਂ ਕਦੇ ਇੱਥੇ ਆਈ ਮੈਂ ਆਪਣੇ ਘਰ ਚਾਹ ਤੇ ਸੱਦਾਂਗੀ, ਮੈਂ ਉਹਨੂੰ ਘੁੱਟ ਕੇ ਪਿਆਰ ਕਰਾਂਗੀ। ਹੁਣ ਇਹ ਠੀਕ ਹੋ ਗਏ ਨੇ, ਹੌਲੀ-ਹੌਲੀ ਉਹਦੇ ਸਾਰੇ ਪੈਸੇ ਵੀ ਮੋੜ ਦਿਆਂਗੇ, ਸ਼ਕਤੀ ਨੇ ਸੋਚਿਆ। ਸੁਨੈਣੀ ਇੱਕ ਦਿਨ ਆਪਣੀ ਕੋਠੀ ਆਈ। ਉਹਦੇ ਨਾਲ 1-2 ਮਹਿਮਾਨ ਸਨ। ਸ਼ਕਤੀ ਫਾਟਕ ਤੀਕ ਗਈ, ਪਰ ਅੱਗੇ ਜਾਣ ਦੀ ਉਹਨੂੰ ਹਿੰਮਤ ਨਾ ਪਈ। ਘਰ ਪਰਤ ਆਈ। ਘਰ ਆ ਕੇ ਮੁੜ ਆਉਣ ਦਾ ਉਹਨੂੰ ਬੜਾ ਪਛਤਾਵਾ ਹੋਇਆ। ਉਹਨੇ ਦਿਲ 'ਚ ਫੈਸਲਾ ਕੀਤਾ ਕਿ ਅਗਲੀ ਵਾਰ ਉਹ ਜ਼ਰੂਰ ਸੁਨੈਣੀ ਨੂੰ ਮਿਲੇਗੀ। ਦੂਜੇ ਕੁ ਹਫ਼ਤੇ ਸੁਨੈਣੀ ਦੀ ਕੋਠੀ 'ਚ ਬੰਦੇ ਫਿਰਦੇ ਤੁਰਦੇ ਦੇਖ ਉਹਨੇ ਸੋਚਿਆ ਸ਼ਾਇਦ ਆਪਣੇ ਘਰ ਸੁਨੈਣੀ ਛੁੱਟੀ ਕੱਟਣ ਆਈ ਹੋਵੇ। ਚੋਖਾ ਚਿਰ ਉਹ ਆਪਣੇ ਮਨ ਨੂੰ ਮੌਕੇ ਲਈ ਤਿਆਰ ਕਰਦੀ ਰਹੀ। ਸ਼ਾਮ ਨੂੰ ਹਿੰਮਤ ਕਰਕੇ ਫਾਟਕ ਲੰਘ ਹੀ ਗਈ। ਮੈਂ ਡਾਕਟਰ ਸੁਨੈਣੀ ਨੂੰ ਮਿਲਣਾ ਹੈ। ਉਹਦੇ ਬਾਹਰ ਖੜਕਾਨ ਤੇ ਅੰਦਰੋਂ ਨਿਕਲੀ ਜਨਾਨੀ ਨੂੰ ਆਖਿਆ, ਇਹ ਕੋਠੀ ਅਸੀਂ ਉਹਨਾਂ ਤੋਂ ਖਰੀਦ ਲਈ।
ਉਹਨਾਂ ਦਾ ਹੁਣ ਇਸ ਸ਼ਹਿਰ 'ਚ ਰਹਿਣ ਤੇ ਮਨ ਨਹੀਂ, ਉਹ ਬੋਲੇ। ਇੱਕ ਪੀੜ ਸ਼ਕਤੀ ਦੀਆਂ ਅੱਖਾਂ 'ਚ ਪਸਰ ਗਈ। ਸ਼ਾਇਦ ਵਿਚਾਰੀ ਕਿਸੇ ਮਰੀਜ਼ ਨੂੰ ਦਿਖਾਉਣ ਲਈ ਸੱਦਣ ਆਈ ਹੋਵੇ। ਬੂਹੇ 'ਚ ਖੜੋਤੇ ਜਨਾਨੀ ਨੇ ਨਿਰਾਸ਼ ਮੁੜੀ ਜਾਂਦੀ ਸ਼ਕਤੀ ਵੱਲ ਤੱਕ ਕੇ ਸੋਚਿਆ, ਧੰਨਵਾਦ।